ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਸ ਪੂਰਾ ਹਫਤਾ ਸਾਡਾ ਫੋਕਸ ਰਿਹਾ ਹੈ ਅਮਰੀਕਨ ਡੋਮੈਸਟਿਕ ਇਸ਼ੂਜ਼ ਤੇ ਅਮਰੀਕਨ ਪੋਲਿਟਿਕਸ ਤੇ ਜੋ ਸਾਡੀ ਕਮਿਊਨਿਟੀ ਨਾਲ ਵੱਖ-ਵੱਖ ਚੀਜ਼ਾਂ ਇੱਥੇ ਯੂਨਾਈਟਿਡ ਸਟੇਟਸ ਵਿੱਚ ਹੋ ਰਹੀਆਂ ਉਹਨਾਂ ਦੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਬਟ ਅੱਜ ਮੈਂ ਇੱਕ ਇਹੋ ਜਿਹਾ ਟੌਪਿਕ ਲੈ ਕੇ ਆਈ ਹਾਂ ਜੋ ਕਿ ਇੱਕ ਅਸੀਂ ਕਹਿ ਸਕਦੇ ਹਾਂ ਗਲੋਬਲ ਸਮੱਸਿਆ ਨੂੰ ਲੈ ਕੇ ਸਾਡੇ ਪੰਜਾਬ ਦੇ ਵਿੱਚ ਕੀ ਕੁਛ ਇਸ ਵੇਲੇ ਪ੍ਰੋਬਲਮਸ ਆ ਰਹੀਆਂ ਉਹਦੇ ਬਾਰੇ ਥੋੜ੍ਹੀ ਜਿਹੀ ਡਿਸਕਸ਼ਨ ਕਰਦਾ ਹੈ। ਜ਼ਰੂਰ ਤੁਸੀਂ ਖਬਰਾਂ ਸੁਣੀਆਂ ਹੋਣੀਆਂ, ਇੱਕ ਬਹੁਤ ਹੀ ਭਿਆਨਕ ਬਿਮਾਰੀ ਫੈਲ ਰਹੀ ਹੈ ਜੋ ਕਿ ਲਾਈਵ ਸਟਾਕ ਨੂੰ ਅਫੈਕਟ ਕਰਦੀ ਹੈ, ਨਾ ਕਿ ਸਿਰਫ ਪੰਜਾਬ ਦੇ ਵਿੱਚ ਬਟ ਇੰਡੀਆ ਦੀ 8 ਸਟੇਟਾਂ ਦੇ ਵਿੱਚ ਇਹ ਬਿਮਾਰੀ ਫੈਲ ਚੁੱਕੀ ਹੈ। I am talking about lumpy skin disease. बड़ा बेसिक जा ना हैगा बट ये बीमारी इन्नी तेज़ी दे नाल फैल रही है। lumpy skin disease करके as of earlier this month कुछ दिनों पहले दी ही एक गिनती हैगी 4000 कैटल ऑलरेडी मर चुके हैं इंडिया दे विच। 8 स्टेटां दे विच ये बीमारी फैल चुकी है। राजस्थान, पंजाब, गुजरात, हिमाचल, मध्य प्रदेश, उत्तराखंड ते होर थावां ते ये पाई जा रही है। एंड ये करके ना कि सिर्फ मिल्क आउटपुट्स पंजाब ते होर स्टेटां दे विच सफ़र कर रहे हैं बट लॉन्ग टर्म इंपैक्ट इस वेले स्टेट्स दी वक्-वक् एडमिनिस्ट्रेशनस वेख रही हैं कि किस तरह इस बीमारी नूं रोकिया जा सकता है, इनू ट्रीट किया जा सकता है, कैटल नूं वैक्सीनेट किया जा सकता है। इन सारी चीज़ों नूं समझण लई ਇਹਦੀ बैकग्राउंड समझनी पैनी है कि किस तरह ना कि सिर्फ ये बीमारी फैलती है, किन हालातां दे विच ये बीमारी होर अगे वधदी है एंड मोस्ट इंपोर्टेंटली ਇਹਦਾ लॉन्ग टर्म की इंपैक्ट होएगा ना कि सिर्फ कैटल प्रोडक्शन ते जिहदे करके दूध ते होर प्रोडक्ट्स पाए जाते हैं बट ओवरऑल इकोनॉमी ते बिकॉज ये एक बहुत वड्डा सैक्टर हैगा एंड इकोनॉमी नाल इंडिया की इकोनॉमी नाल ये जुड़िया होया है। सो जदों असी इस लंपी स्किन डिजीज़ बारे गल करते हैं सानू थोड़ी जी वैटनरी साइंसिस दी एक्सपर्टीज़ की लोड़ हैगी। सो मैनू अज बहुत खुशी हो रही है कि साडे नाल एक इहो जिही गैसट जुड़े हैं डॉक्टर ऑफ वैटनरी साइंसिस डॉक्टर रशपाल सिंह बाजवा जी। सब तो पहले डॉक्टर बाजवा जी तुहाडा प्रोग्राम दे विच स्वागत। सत श्री अकाल। सत श्री अकाल जी शमिता जी, तुहानू भी और तुहाडे सब देखण वाले दर्शकों ਨੂੰ ਵੀ ਸਤਿ ਸ੍ਰੀ ਅਕਾਲ। ਸੋ ਗੁੱਡ ਟੂ ਹੈਵ ਯੂ ਡਾਕਟਰ ਬਾਜਵਾ ਜੀ। ਜਦੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਸਾਨੂੰ ਇੱਕ ਮਿਨੀ ਤੁਸੀਂ ਕਾਲਜ ਦਾ ਕੋਰਸ ਦੇ ਕੇ ਜਾਂਦੇ ਹੋ। ਤੁਹਾਡੀ ਪ੍ਰੀਵੀਅਸ ਇਨਵੋਲਵਮੈਂਟ ਗੁਰੂ ਅੰਗਦ ਦੇਵ ਵੈਟਨਰੀ ਸਾਇੰਸਿਸ ਯੂਨੀਵਰਸਿਟੀ ਦੇ ਨਾਲ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਜੁੜੇ ਹੋਏ ਸੀ ਜੋ ਕਿ ਏਸ਼ੀਆ ਦੀ ਪ੍ਰੀਮੀਅਰ ਵੈਟਨਰੀ ਸਾਇੰਸਿਸ ਇੰਸਟੀਟਿਊਸ਼ਨ ਹੈਗੀ ਐਂਡ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਤੁਸੀਂ ਆਪ ਦੀ ਇਸ ਐਕਸਪਰਟੀਜ਼ ਨੂੰ ਲਗਾਤਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਦੇ ਰਹਿੰਦੇ ਹੋ। ਸੋ ਥੈਂਕ you so much again for your time. इस टॉपिक ले डॉक्टर बाजवा तुसी इन्ने चिंतक सीगे। आई एम सो ग्लैड कि ये प्रोग्राम असी लोकां तक पहुंचा पाए। You know, let's start before we even get to the disease, right? I don't think लोकी ਉਹ ਬੈਕਗਰਾਊਂਡ ਉਹ ਅੰਡਰਸਟੈਂਡਿੰਗ ਰੱਖਦੇ ਹੈ ਕਿ ਲਾਈਵ ਸਟਾਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਸੈਕਟਰ ਦੀ ਗੱਲ ਕਰਦੇ ਹਾਂ ਇਹਦੀ ਕਿੰਨੀ ਅਹਿਮੀਅਤ ਹੈ ਸਾਡੀ ਸੁਸਾਇਟੀ ਦੇ ਵਿੱਚ ਐਟ ਅ ਲਾਰਜਰ ਲੈਵਲ, ਰਾਈਟ? ਸੋ ਲੈਟਸ ਸਟਾਰਟ ਵਿਦ ਲਾਈਵ ਸਟਾਕ ਇਟਸੈਲਫ ਬਿਕਾਜ਼ ਇਹ ਤੁਹਾਡੀ ਏਰੀਆ ਆਫ ਐਕਸਪਰਟੀਜ਼ ਹੈਗੀ। ਇਹਦੇ ਬਾਰੇ ਸਾਨੂੰ ਦੱਸੋ ਐਂਡ ਖਾਸ ਕਰਕੇ ਸਾਡੀ ਸੁਸਾਇਟੀ ਦੇ ਵਿੱਚ ਇਹਦੀ ਕੀ ਜਗ੍ਹਾ ਹੈ? हाँ जी शमिता जी, लाइव स्टॉक ਜਾਂ ਜਿਹੜਾ ਆਪਣਾ ਪਸ਼ੂ ਪਾਲਣ ਹੈ ਇਹਦੀ ਤਾਂ ਸਾਰੇ ਇੰਡੀਆ 'ਚ ਕਿਹਾ ਸਾਰੀ ਦੁਨੀਆ 'ਚ ਬਹੁਤ ਇਹਦੀ ਮਹੱਤਵਤਾ ਹੈ। ਖਾਸ ਕਰਕੇ ਜਿਹੜੇ ਲੋਕ ਆਪਣੇ ਇੰਡੀਆ 'ਚ ਜਿਹੜੇ ਛੋਟੇ ਲੈਂਡਲੈਸ ਥੋੜੀ ਜ਼ਮੀਨ ਵਾਲੇ ਉਹਨਾਂ ਦੀ ਇਨਕਮ ਨੂੰ ਇਹ ਸਪਲੀਮੈਂਟ ਕਰਦੀ ਹੈ ਔਰ ਇਹ ਵੇਖੋ ਕਿੰਨੀਆਂ ਚੀਜ਼ਾਂ ਦਿੰਦਾ ਹੈ ਜਿਹੜਾ ਲਾਈਵ ਸਟਾਕ ਸੈਕਟਰ ਹੈ। ਕ੍ਰਾਪ ਤੋਂ ਇਲਾਵਾ ਇਹ ਵੀ ਇੱਕ ਫੂਡ ਦਾ ਬਹੁਤ ਪਾਰਟ ਹੈ। मिल्क, चीज़, डेयरी, मीट और उस तो बाद स्किन फॉर ट्रेड, उस तो बाद अपने वर्क एनीमल ਜਿਹੜੇ ਛੋਟੇ ਜ਼ਿਮੀਂਦਾਰ ਹੈ ਹਾਲੇ ਵੀ ਲੋਕ ਹਲਾਂ ਨਾਲ ਖੇਤੀ ਕਰਨ ਵਾਲੇ ਹੈਗੇ ਔਰ ਇਸ ਤੋਂ ਅੱਗੇ ਇਹ ਜਿਉਂ-ਜਿਉਂ ਹੁਣ ਪਾਪੂਲੇਸ਼ਨ ਚੇਂਜ ਹੋ ਰਹੀ ਹੈ, ਕਲਾਈਮੇਟ ਚੇਂਜ ਹੋ ਰਹੀ ਹੈ ਔਰ ਜਿਹੜੀ ਕ੍ਰਾਪ ਪ੍ਰੋਡਕਸ਼ਨ ਹੈ ਉਹ ਥੋੜੀ ਸਟੈਗਨੇਟ ਹੋਈ ਹੈ। ਇਸ ਤੋਂ ਇਹ ਲੱਗਦਾ ਵੀ ਐਨੀਮਲ
ਤਾਂ ਜਿਹੜਾ ਲਾਈਫ ਸਟਾਕ ਪ੍ਰੋਡਕਸ਼ਨ ਹੈ ਇਹਦੇ ਤੇ ਹੋਰ ਵੀ ਡਿਪੈਂਡੈਂਸ ਜਿਹੜੀ ਹੈ ਉਹ ਵੱਧ ਸਕਦੀ ਹੈ। ਫਿਰ ਇਹ ਸੋਰਸ ਆਫ ਇਨਕਮ ਹੈ, EMPLOYMENT ਹੈ ਔਰ ਸੋਸ਼ਲ ਸਿਕਿਉਰਿਟੀ ਹੈ, ਖਾਸ ਕਰਕੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਰਿਸੋਰਸਿਸ ਘੱਟ ਹੈ। ਹੁਣ ਇਹ ਸਾਰੀਆਂ ਚੀਜ਼ਾਂ ਸਮਝਣ ਵਾਸਤੇ ਅਸੀਂ ਥੋੜੀ ਜਿਹੀ ਦੁਨੀਆ ਦੀ ਪਾਪੂਲੇਸ਼ਨ ਦੇਖਾਂਗੇ ਲਾਈਫ ਸਟਾਕ ਦੀ, ਫਿਰ ਥੋੜੀ ਜਿਹੀ ਉਹਨੂੰ ਇੰਡੀਆ ਨਾਲ ਕੰਪੇਅਰ ਕਰਾਂਗੇ, ਔਰ ਫਿਰ ਸਾਡਾ ਸਪੈਸ਼ਲ ਰੈਫਰੈਂਸ ਹੋਏਗਾ ਸਾਡੀ ਆਪਣੀ ਸਟੇਟ ਪੰਜਾਬ 'ਚ, ਜਿੱਥੇ ਕਿ ਅੱਜ ਇਹ ਜਿਹੜੀ ਡਿਜ਼ੀਜ਼ ਹੈ ਇਹ ਸਪੈਸ਼ਲੀ ਜਿਹੜੇ ਹਾਈ ਯੀਲਡਿੰਗ ਕਾਊਜ਼ ਹੁੰਦੀਆਂ ਜਾਂ ਜਿਹੜੀਆਂ ਕ੍ਰਾਸ ਬ੍ਰੈਡ ਕਾਊਜ਼ ਹੈ ਇਹ ਉਹਨਾਂ ਨੂੰ ਅਫੈਕਟ ਕਰਦਾ, ਔਰ ਇਹਦੇ ਨਾਲ ਜਿਹੜੀ ਮਿਲਕ ਪ੍ਰੋਡਕਸ਼ਨ ਹੈ ਉਹ ਇੱਕਦਮ ਹੀ ਡਰਾਪ ਹੋ ਜਾਂਦੀ ਹੈ। ਹੁਣ ਆਪਾਂ ਇੱਥੋਂ ਇਹਨੂੰ ਦੇਖ ਲੈਂਦੇ ਹਾਂ ਬਈ ਜਿਹੜੀ ਦੁਨੀਆ ਦੀ ਕੈਟਲ ਪਾਪੂਲੇਸ਼ਨ ਹੈ ਨਾ ਟੋਟਲ, ਜਦੋਂ ਮੈਂ ਕੈਟਲ ਕਹਿਣਾ ਇਹਦਾ ਮਤਲਬ ਇਹੀ ਹੈ ਜਿਹੜੀਆਂ ਗਾਵਾਂ ਤੇ ਮੱਝਾਂ, ਇਹਨਾਂ ਨੂੰ ਬੋਵਾਈਨ ਪਾਪੂਲੇਸ਼ਨ ਵੀ ਕਹਿ ਦਿੰਦੇ। ਇਹ ਸਾਰੀ ਦੁਨੀਆ ਦੀ ਜਿਹੜੀ ਵਰਲਡ ਪਾਪੂਲੇਸ਼ਨ ਹੈ ਬੋਵਾਈਨ ਦੀ ਉਹ ਕੋਈ 1 ਬਿਲੀਅਨ ਹੈ। ਇਹ ਬੋਵਾਈਨ ਜਿਹੜੀਆਂ ਕੈਟਲਸ ਹੈ, ਅਗਰ ਸਾਰੀ ਗਿਣੀਏ ਹਰ ਤਰ੍ਹਾਂ ਦਾ ਲਾਈਫ ਸਟਾਕ, ਸ਼ੀਪ, ਗੋਟ, ਪਿਗਰੀ ਸਾਰੀ ਪਾ ਕੇ ਤੇ 1.4 ਬਿਲੀਅਨ ਬਣ ਜਾਂਦਾ। ਇਹਦੇ ਵਿੱਚ ਪੋਲਟਰੀ ਇਨਕਲੂਡ ਨਹੀਂ ਹੈ। ਹਾਂਜੀ, ਸੋ ਇਹ ਦਰਸ਼ਕਾਂ ਨੂੰ ਥੋੜਾ ਧਿਆਨ ਰੱਖਣਾ ਪਏਗਾ। ਔਰ ਇੰਡੀਆ ਦੇ ਵਿੱਚ 303 ਮਿਲੀਅਨ ਹੈ ਜਿਹੜੀਆਂ ਗਾਵਾਂ ਤੇ ਮੱਝਾਂ ਜਿਹੜੀਆਂ ਬੋਵਾਈਨ। ਚਾਈਨਾ ਦੇ ਵਿੱਚ 95 ਹੈ ਔਰ ਯੂਰੋਪੀਅਨ ਯੂਨੀਅਨ ਦੇ ਵਿੱਚ 85 ਮਿਲੀਅਨ ਔਰ ਯੂਨਾਈਟਿਡ ਸਟੇਟਸ 'ਚ 93 ਮਿਲੀਅਨ। ਇੱਥੇ ਮੋਸਟਲੀ ਮਿਲਕ ਐਂਡ ਮੀਟ ਵਾਸਤੇ ਯੂਜ਼ ਹੁੰਦੀ। ਸੋ ਇੰਡੀਆ ਦੇ ਜੋ ਨੰਬਰਸ ਹੈਗੇ ਕੈਟਲ ਦੇ, ਤੁਸੀਂ ਕਹਿ ਰਹੇ ਹੋ ਦੁਨੀਆ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਪਾਏ ਜਾਂਦੇ ਹੈ, ਐਂਡ ਅੱਜ ਦੀ ਡੇਟ ਦੇ ਵਿੱਚ ਅਗਰ ਅਸੀਂ ਇਸ ਡਿਜ਼ੀਜ਼ ਦੀ ਗੱਲ ਕਰੀਏ ਇਹ ਉਸ ਕੈਟਲ ਨੂੰ ਅਫੈਕਟ ਕਰ ਰਹੀ ਹੈ। Let's talk a little bit about economy, right? Because India ਦੇ ਵਿੱਚ ਇੰਨੇ ਵੱਡੇ ਲੈਵਲ ਤੇ ਕੈਟਲ ਪਾਈ ਜਾਂਦੀ ਹੈ, like once again the second largest numbers in the world. ਇੰਡੀਆ ਦੀ ਇਕਨੋਮੀ ਦੇ ਵਿੱਚ ਕੀ ਹਿੱਸਾ, ਕੀ ਰੋਲ ਪਲੇ ਕਰਦੀ ਹੈ ਕੈਟਲ ਦੀ ਪ੍ਰੋਡਕਸ਼ਨ, ਦੁੱਧ ਦੀ ਪ੍ਰੋਡਕਸ਼ਨ, ਹੋਰ ਪ੍ਰੋਡਕਟਸ ਜੋ ਕੈਟਲ ਤੋਂ ਬਣਾਏ ਜਾਂਦੇ ਹੈ? ਇਹ ਜਿਹੜੀ ਐਗਰੀਕਲਚਰ ਤੇ ਲਾਈਫ ਸਟਾਕ ਸੈਕਟਰ ਦੀ ਇਕਨੋਮੀ ਹੈ ਇਹਦੀ ਇੰਡੀਆ ਦੇ ਸਿਸਟਮ 'ਚ ਕੰਟਰੀਬਿਊਸ਼ਨ 16 ਤੋਂ 17% ਹੈ, ਜਿਹਦੇ ਵਿੱਚ ਕ੍ਰਾਪ 10% ਹੈ, 10 to 11, ਤੇ ਜਿਹੜਾ ਲਾਈਫ ਸਟਾਕ ਹੈ ਉਹ 6 ਤੋਂ 7 ਹੈ। ਹੁਣ ਅਗਰ ਵੇਖਿਆ ਜਾਏ ਤਾਂ ਇਹਨੂੰ ਜਿਹੜਾ ਸ਼ੇਅਰ ਹੈ ਆਫ ਲਾਈਫ ਸਟਾਕ ਪ੍ਰੋਡਕਟ ਇਨ ਦਾ ਇਕਨੋਮੀ ਆਫ ਇੰਡੀਆ, ਉਹਦੇ ਵਿੱਚੋਂ ਮਿਲਕ ਜਿਹੜਾ ਹੈ ਉਹ 66% ਹੈ। ਜੇ ਅਗਰ ਅਸੀਂ ਕ੍ਰਾਪ ਤੋਂ ਅਲੱਗਾ ਹੁਣ ਕਰ ਰਹੇ ਹਾਂ ਜਿਹੜੀ ਲਾਈਫ ਸਟਾਕ ਹੈ ਸਾਡੀ, ਉਹਦੇ 'ਚ 66% ਮਿਲਕ ਹੈ, ਮੀਟ ਜਿਹੜਾ 21% ਹੈ, ਐਗਸ ਜਿਹੜੇ ਆ ਉਹ ਕੋਈ 4% ਹੈ, ਜਿਹੜੇ ਐਨੀਮਲ ਵੇਸਟ ਹੈ ਉਹ 6% ਹੈ, ਔਰ ਹੋਰ ਜਿਹੜੇ ਨਿੱਕੇ ਛੋਟੇ ਮਹਿਕਮੇ ਹੈ ਹਨੀ, ਬੀ ਕੀਪਿੰਗ, ਉਹ 3% ਹੈ। ਹੁਣ ਅਗਰ ਅਸੀਂ ਇਹਨੂੰ ਲਾਈਏ ਤੇ ਦੁਬਾਰਾ ਅਗਰ ਹੁਣ ਪੰਜਾਬ ਤੇ ਚੱਲੀਏ ਤਾਂ ਪੰਜਾਬ ਨੂੰ ਸਮਝਣ ਵਾਸਤੇ ਪਹਿਲਾਂ ਸਾਨੂੰ ਪੰਜਾਬ ਦਾ ਪ੍ਰੋਫਾਈਲ ਦੇਖਣਾ ਪਏਗਾ ਜੀ। ਅੱਜ ਸਾਡੀ ਸਟੇਟ ਦੇ 23 ਡਿਸਟ੍ਰਿਕਟ ਹੈ, 82 ਤਹਿਸੀਲਾਂ ਹੈ, 146 ਬਲਾਕ ਹੈ, ਔਰ ਜਿਹੜੀ ਪਾਪੂਲੇਸ਼ਨ ਹੈ ਲੋਕਾਂ ਦੀ ਉਹ 2.8 ਕਰੋੜ ਹੈ। ਪਿੰਡਾਂ ਦੇ ਵਿੱਚ ਜਿਹੜੇ ਰਹਿ ਰਹੇ ਹੈ ਉਹ 63% ਹੈ, ਜਿਹੜੇ ਸ਼ਹਿਰਾਂ 'ਚ ਰਹਿ ਰਹੇ ਹੈ ਉਹ 37% ਹੈ। ਜਿਹੜਾ ਸਾਡਾ ਨੈਟ ਕ੍ਰਾਪ ਏਰੀਆ ਹੈ ਉਹ ਸਾਡਾ 4.1 ਮਿਲੀਅਨ ਹੈਕਟੇਅਰਸ ਹੈ, ਜਿਹਦੇ 'ਚ ਇਰੀਗੇਸ਼ਨ 4.06, 96% ਸਾਡਾ ਜਿਹੜਾ ਏਰੀਆ ਉਹ ਇਰੀਗੇਟਡ ਹੈ। ਟਿਊਬਵੈਲ ਹੈ ਜਿਹੜੇ ਉਹ 73% ਹੈ, ਤੇ ਜਿਹੜਾ ਕੈਨਾਲ ਹੈ 23 ਹੈ, ਰੇਨ ਫੈਡ 4 ਹੈ। ਔਰ ਇਹ ਜਿਹੜਾ ਆਪਣਾ ਟਿਊਬਵੈਲ ਇਰੀਗੇਸ਼ਨ ਹੈ ਇਹਨੇ ਵੀ ਆਪਣੀਆਂ ਪ੍ਰੋਬਲਮ ਖੜੀਆਂ ਕੀਤੀਆਂ, ਆਪਾਂ ਰੋਜ਼ ਹੀ ਡਿਸਕਸ ਕਰਦੇ ਹਾਂ। ਇੰਨਾ ਪਾਣੀ ਖਿੱਚਿਆ ਗਿਆ ਕਿ ਗਰਾਊਂਡ ਲੈਵਲ ਜਿਹੜਾ ਉਹ ਘਟ ਗਿਆ। ਸੋ ਅਗਰ ਹੁਣ ਇਹਨੂੰ ਅੱਗੋਂ ਦੇਖੀਏ ਪੰਜਾਬ 'ਚ ਆ ਜਾਈਏ ਤੇ ਪੰਜਾਬ ਦੇ ਵਿੱਚ ਜਿਹੜੀ ਟੋਟਲ ਲਾਈਫ ਸਟਾਕ ਦੀ ਪਾਪੂਲੇਸ਼ਨ ਹੈ ਉਹ ਗਾਵਾਂ ਦੀ ਕੋਈ ਹੈ 2.3 ਮਿਲੀਅਨ ਜੀ, ਸੌਰੀ 2.5 ਮਿਲੀਅਨ, ਮੱਝਾਂ ਦੀ ਹੈ 4.02 ਬਿਲੀਅਨ। ਜਿਹੜਾ ਲੁਧਿਆਣਾ ਡਿਸਟ੍ਰਿਕਟ ਹੈ ਉਹ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਲਾਈਫ ਸਟਾਕ ਹੋਲਡ ਕਰਦਾ ਹੈ, ਅਬਾਊਟ 9.1% ਆਫ ਦਾ ਪੰਜਾਬ। ਹੁਣ ਜਦੋਂ ਅੱਗੇ ਆਪਾਂ ਗੱਲ ਕਰ ਰਹੇ ਸੀ ਵੀ ਪੰਜਾਬ ਦੀ ਜਿਹੜੀ ਟੋਟਲ GDP ਹੈ ਪੰਜਾਬ ਦੀ ਸਾਡੀ, ਹਾਂਜੀ, ਉਹ ਜਿਹੜੀ ਸਾਰੇ ਪਾਸਿਓਂ ਰਲਾ ਕੇ
ਉਹ ਬਣਦੀ ਆ 5.5 ਲੱਖ ਕਰੋੜ ਆਏ ਸਾਲ। 5.5 ਲੱਖ ਆਏ ਸਾਲ। ਐਗਰੀਕਲਚਰ ਤੇ ਲਾਈਵ ਸਟਾਕ ਚੋਂ ਇਹਦੇ ਚੋਂ ਆ ਜਾਂਦੀ ਹੈ 1.3 ਲੱਖ। ਇਹਦਾ ਮਤਲਬ ਹੈ 24% ਜੀ ਪੰਜਾਬ 'ਚ 24% ਜਿਹੜੀ ਹੈ ਉਹ ਆਪਣੀ ਐਗਰੀਕਲਚਰ ਤੇ ਲਾਈਵ ਸਟਾਕ ਦੀ ਹੈ। ਜੇ ਹੁਣ ਲਾਈਵ ਸਟਾਕ ਇਕੱਲੇ ਤੇ ਆ ਜਾਈਏ ਤੇ ਇਹ 40% ਟੋਟਲ ਜਿਹੜਾ ਸੀ ਐਗਰੀਕਲਚਰ ਤੇ ਲਾਈਵ ਸਟਾਕ ਚੋਂ, ਉਹਦੇ ਚੋਂ 40% ਲਾਈਵ ਸਟਾਕ ਹੈ, ਜਿਹੜਾ 60% ਹੈ ਉਹ ਕ੍ਰਾਪ ਹੈ। ਹੁਣ ਪੰਜਾਬ ਜਿਹੜਾ ਹੈ ਨਾ, ਇਹਦੀ ਜਿਹੜੀ ਲਾਈਵ ਸਟਾਕ ਇਕਾਨਮੀ ਹੈ ਜੀ ਇਹ ਇੰਡੀਆ ਦੀ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਹੈ। ਅੱਛਾ ਜੀ ਇੱਥੇ ਕੋਈ ਜਿਹੜੀ ਸਾਡੀ ਹੈ ਉਹ 40% ਹੈ, ਜਿਹੜੀ ਇੰਡੀਆ ਦੀ ਹੈ ਉਹ 28%। ਜੀ ਔਰ ਜਿਹੜੀ ਮੇਨ ਸਾਡੀ ਡਿਪੈਂਡੈਂਸ ਹੈ, ਕਿਉਂਕਿ ਅਸੀਂ ਜਿਹੜਾ ਇੰਡੀਆ ਦੁਨੀਆ ਦਾ ਲਾਰਜੈਸਟ ਮਿਲਕ ਪ੍ਰੋਡਿਊਸਰ ਕੰਟਰੀ ਹੈ, ਔਰ ਜਿਹੜੀ ਸਾਡੀ ਸਟੇਟ ਹੈ, ਸਾਡੀ ਸਟੇਟ 'ਚ ਐਨੀਮਲ ਬੇਸ਼ੱਕ ਘੱਟ ਹੋਣ ਪਰ ਜਿਹੜਾ ਸਾਡਾ ਮਿਲਕ ਯੀਲਡ ਦਾ ਸਟੈਂਡਰਡ ਹੈ ਨਾ ਉਹ ਥੋੜਾ ਜ਼ਿਆਦਾ ਹੈ, ਕਿਉਂਕਿ ਸਾਡਾ ਐਵਰੇਜ ਮਿਲਕ ਪਰ ਡੇ 5.2 ਕਿਲੋ ਹੈ। ਐਂਡ ਅੱਜ ਦੀ ਡੇਟ ਦੇ ਵਿੱਚ ਐਗਜ਼ੈਕਟਲੀ ਇਸ ਹੀ ਮਿਲਕ ਪ੍ਰੋਡਕਸ਼ਨ ਨੂੰ ਵੱਡੇ ਲੈਵਲ ਤੇ ਖਤਰਾ ਮਹਿਸੂਸ ਹੋ ਰਿਹਾ ਹੈ। ਆਈ ਮੀਨ ਲੇਟੈਸਟ ਰਿਪੋਰਟਿੰਗ ਟੈਲਸ ਅਸ ਕਿ ਪੰਜਾਬ ਸਟੇਟ ਦੀ ਮਿਲਕ ਪ੍ਰੋਡਕਸ਼ਨ ਲਗਭਗ 6.7 ਲਗਭਗ 7% ਡਾਊਨ ਹੈਗੀ ਇਸ ਡਿਜ਼ੀਜ਼ ਕਰਕੇ। ਐਂਡ ਹਲੇ ਤਾਂ अर्ਲੀ ਸਟੇਜਸ ਹਨ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ ਹੋਰ ਨੈਗੇਟਿਵ ਇੰਪੈਕਟਸ ਲੈ ਕੇ ਆ ਸਕਦੀ ਹੈ ਇਸ ਮਿਲਕ ਪ੍ਰੋਡਕਸ਼ਨ ਤੇ, ਉਹਦੇ ਬਾਰੇ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ। ਡਾਕਟਰ ਬਾਜਵਾ ਜੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਵਿਊਅਰਸ ਤੁਸੀਂ ਵੀ ਜੁੜੇ ਰਹੋ। ਲੰਪੀ ਸਕਿਨ ਡਿਜ਼ੀਜ਼ ਜੋ ਕਿ ਇੰਡੀਆ ਦੀ ਕੈਟਲ ਨੂੰ ਤੇ ਕੈਟਲ ਪ੍ਰੋਡਕਸ਼ਨ ਨੂੰ ਇੰਨੀ ਬੁਰੀ ਤਰ੍ਹਾਂ ਅਫੈਕਟ ਕਰ ਰਹੀ ਹੈ, ਉਹਦੇ ਬਾਰੇ ਹੋਰ ਜਾਣਕਾਰੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਪੰਜਾਬ ਤੇ ਇੰਡੀਆ ਦੀ ਹੋਰ ਵੱਖ-ਵੱਖ ਸਟੇਟਾਂ ਦੀ ਕੈਟਲ ਇਸ ਵੇਲੇ ਇੱਕ ਬਹੁਤ ਹੀ ਭਿਆਨਕ ਬਿਮਾਰੀ ਤੋਂ ਸਫਰ ਕਰ ਰਹੀ ਹੈ, ਲੰਪੀ ਸਕਿਨ ਡਿਜ਼ੀਜ਼, ਜਿਹਦੇ ਕਰਕੇ ਫਰੀਦਕੋਟ ਦੇ ਵਿੱਚ ਕਿਹਾ ਗਿਆ ਹੈ ਕਿ ਜਾਨਵਰਾਂ ਦੀ ਕੈਟਲ ਦੀ ਲਾਸ਼ਾਂ ਪਾਇਲ ਅਪ ਹੋ ਰਹੀਆਂ ਪਿੰਡਾਂ ਦੇ ਵਿੱਚ। ਉਹਨਾਂ ਦੀ ਸਮੈਲ ਲੋਕਾਂ ਨੂੰ ਬਾਹਰ ਆਉਣ ਤੋਂ ਰੋਕ ਰਹੀ ਹੈ। ਇੰਨੀ ਮਾੜੀ ਇਹ ਸਿਚੁਏਸ਼ਨ ਹੋ ਗਈ ਹੈ। ਹਾਲੇ ਤਾਂ ਇਹਦੀ ਸਿਰਫ ਸ਼ੁਰੂਆਤ ਵੇਖਣ ਨੂੰ ਮਿਲ ਰਹੀ ਹੈ। ਇਹਨੂੰ ਸਮਝਣ ਲਈ ਸਾਡੇ ਨਾਲ ਜੁੜੇ ਹਨ ਡਾਕਟਰ ਰਸ਼ਪਾਲ ਸਿੰਘ ਬਾਜਵਾ ਜੀ। ਇੱਕ ਵਾਰੀ ਫਿਰ ਡਾਕਟਰ ਸਾਹਿਬ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੁਹਾਡੀ ਖਾਸ ਐਕਸਪਰਟੀਜ਼ ਵੈਟਰਨਰੀ ਸਾਇੰਸਿਸ ਦੇ ਵਿੱਚ, ਤੁਹਾਡੀ ਬੈਕਗਰਾਉਂਡ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੇ ਨਾਲ ਮੇਕਸ ਯੂ ਦ ਪਰਫੈਕਟ ਗੈਸਟ ਫॉर ਦਿਸ ਪ੍ਰੋਗਰਾਮ। ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਜੁੜੇ। ਬਿਫੋਰ ਵੀ ਇਵਨ ਗੈਟ ਟੂ ਦ ਡਿਜ਼ੀਜ਼, ਤੁਸੀਂ ਸਾਨੂੰ ਬ੍ਰੇਕ ਤੋਂ ਪਹਿਲੇ ਇੱਕ ਫਾਊਂਡੇਸ਼ਨ ਦਿੱਤੀ ਕਿ ਨਾ ਕਿ ਸਿਰਫ ਦੁਨੀਆ ਦੇ ਵਿੱਚ ਕੈਟਲ ਦੀ ਕੀ ਅਹਿਮੀਅਤ ਹੈ, ਬਟ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਕੈਟਲ ਦੇ ਨੰਬਰਸ ਦੇ ਆਰ ਦ ਸੈਕੰਡ ਲਾਰਜੈਸਟ ਇਨ ਦ ਵਰਲਡ, ਐਂਡ ਇਹ ਕੈਟਲ ਮਿਲਕ ਪ੍ਰੋਡਕਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਖਾਸ ਕਰਕੇ ਪੰਜਾਬ ਜਿਹੜੀ ਹਾਇਰ ਦੈਨ ਐਵਰੇਜ ਯੀਲਡ ਹੈਗੀ ਮਿਲਕ ਪ੍ਰੋਡਕਸ਼ਨ ਦੀ ਬਾਕੀ ਸਟੇਟਾਂ ਨੂੰ ਜਦੋਂ ਅਸੀਂ ਕੰਪੇਅਰ ਕਰੀਏ। ਅੱਜ ਦੀ ਡੇਟ ਦੇ ਵਿੱਚ ਪੰਜਾਬ ਦੀ ਮਿਲਕ ਪ੍ਰੋਡਕਸ਼ਨ ਇਸ ਡਿਜ਼ੀਜ਼ ਕਰਕੇ 6.7% ਡਾਊਨ ਹੈਗੀ। ਇਹ ਨੰਬਰਸ ਰੀਸੈਂਟਲੀ ਸਟੇਟ ਵੱਲੋਂ ਰਿਲੀਜ਼ ਕੀਤੇ ਗਏ। ਇਨਫੈਕਟ ਜੋ ਕਿ ਪ੍ਰੈਜ਼ੀਡੈਂਟ ਹਨ ਪ੍ਰੋਗਰੈਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਦੇ ਦਲਜੀਤ ਸਿੰਘ, ਉਹਨਾਂ ਨੇ ਕਿਹਾ ਹੈ ਐਵਰੇਜ ਡੇਲੀ ਮਿਲਕ ਪ੍ਰੋਡਕਸ਼ਨ ਪੰਜਾਬ ਸਟੇਟ ਦੇ ਵਿੱਚ 15 ਤੋਂ 20% ਡਾਊਨ ਹੈ ਇਸ ਵੇਲੇ। ਐਂਡ ਦ ਡੈਥ ਰੇਟ ਆਫ ਐਨੀਮਲਸ ਇਜ਼ ਮੋਰ ਦੈਨ 4%. Milk production will remain low in the next 2 to 3 years as most of the animals affected will not reproduce. So ना कि मिल्क प्रोडक्शन डाउन हैगी उन जानवरां करके, उन कैटल करके जिन्हां दी मौत हो गई है, जिन्हां दी डेथ हो गई है, बट आने वाले समय दे विच जिन्हां नूं ये इफेक्ट कर रही है उन्हां दी मिल्क प्रोडक्शन यील्ड भी नैगेटिवली इंपैक्ट होएगी। डॉक्टर बाजवा जी, लेट्स अंडरस्टैंड दिस डिजीज़ राइट। मैं चाहांगी तुसी सानू थोड़ी जी बैकग्राउंड दवो लंपी स्किन डिजीज़ बारे, कित्थों शुरू हुई, कित्थों ओरिजिनेट हुंदी है ते किस तरह असी अज दी डेट दे विच जो स्थिति है उत्थे तक पहुंचे हैं। हाँ जी अश्मिता जी, सिर्फ मैं 1 मिनट लूँगा। जो मिल्क प्रोडक्शन की तुसीं गल कर रहे सी, इहनूं अपडेट कर ली जी। इंडिया दे विच जिहड़ा टोटल मिल्क प्रोडक्शन है, तुहानूं कहा सी ये नंबर 1 है दुनिया 'च। 197 मिलियन टन असीं आए साल बनाउने, और अमेरिका नालों ये जस्ट डबल है। अमेरिका 'च 99 मिलियन टन। हुण इत्थों ये देखना भी पंजाब दे विच जिहड़ा मिल्क प्रोडक्शन इस डिजीज़ तो पहलां चल रहा सी 345 लाख किलो पर डे।
345 ਲੱਖ ਕਿਲੋ ਪਰ ਡੇ, 126 ਲੱਖ ਟਨ ਪਰ ਈਅਰ। ਔਰ ਇਹ ਜਿਹੜੀ ਹਾਈਐਸਟ ਪਰ ਕੈਪੀਟਾ ਅਵੇਲੇਬਿਲਿਟੀ ਮਿਲਕ ਦੀ ਪੰਜਾਬ 'ਚ ਹੈ, 1181 ਗ੍ਰਾਮ ਪਰ ਪਰਸਨ ਪਰ ਡੇ, ਜਿਹੜੀ ਕਿ ਇੰਡੀਆ ਦੇ ਵਿੱਚ 394 ਹੈ। ਹੁਣ ਜਿਹੜੀਆਂ ਸਾਡੀਆਂ ਗਊਆਂ ਮਾਵਾਂ ਦੇ ਮੱਝਾਂ ਦੇ ਮੈਂ ਤੁਹਾਨੂੰ ਨੰਬਰ ਪਹਿਲਾਂ ਦੱਸ ਦਿੱਤੇ ਸੀ। ਹੁਣ ਜਿਹੜੀ ਹੈ ਇਹ ਸਭ ਕੁਝ ਕਿਵੇਂ ਪੋਸੀਬਲ ਹੋਇਆ? ਇਹ ਪਿਛਲੇ ਜਿਵੇਂ ਤੁਹਾਡੇ ਫਾਰਮਰਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ 10-15 ਸਾਲਾਂ 'ਚੋਂ ਸਾਡਾ ਕੰਮ ਜਿਹੜਾ ਡੇਅਰੀ ਦਾ ਬਹੁਤ ਚੰਗਾ ਵਧਿਆ। ਔਰ ਐਕਚੁਅਲੀ ਇਹ ਕੰਸਾਈਡ ਕਰਦਾ ਜਦੋਂ ਉਹ ਗਡਵਾਸੂ ਯੂਨੀਵਰਸਿਟੀ ਬਣੀ ਸੀ ਉਹ 2005 'ਚ ਬਣੀ ਸੀ। ਇਹ ਬਹੁਤ ਸਾਰੇ ਐਫਰਟ ਹੈ ਕਿ ਸਾਡੀ ਵੈਟਰਨਰੀ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਹੈਲਥੀ ਡਾਈਟ ਪ੍ਰੋਡਿਊਸ ਕੀਤੀਆਂ, ਅਪਗ੍ਰੇਡਡ ਵੈਟਰਨਰੀ ਕੇਅਰ ਕੀਤੀ ਹੈ, ਹਾਈ ਕੁਆਲਿਟੀ ਸੀਮਨ ਦਿੱਤਾ, ਫਿਰ ਉਹ ਜਿਹੜੇ ਉਹਦਾ ਗ੍ਰੀਨ ਫਾਡਰ ਸੀਗਾ ਉਹਦਾ ਸਾਈਲੇਜ ਸਿਸਟਮ ਬਣਾਇਆ ਤੇ ਸੁਪੀਰੀਅਰ ਜਰਮ ਟ੍ਰਾਂਸਫਰ ਥਰੂ ਗੁੱਡ AI ਟੈਕਨੀਕਸ। ਹੁਣ ਇੱਥੋਂ ਇਹ ਹੋਣਾ ਹੈ ਵੀ ਜਿਵੇਂ ਹੁਣ ਤੁਸੀਂ ਆ ਗਏ ਡਿਜ਼ੀਜ਼ ਤੇ, ਵੀ 8 ਸਟੇਟਾਂ 'ਚ ਇੰਡੀਆ 'ਚ ਉਹ ਜਿਹੜੀ ਡਿਜ਼ੀਜ਼ ਹੈ ਉਹ ਫੈਲ ਗਈ ਹੈ, ਸਾਡੇ ਸਟੇਟ 'ਚ ਵੀ ਕਾਫੀ ਜ਼ਿਆਦਾ ਹੈ। ਔਰ ਇਹ ਜਿਹੜਾ ਆਪਣਾ ਮਾਲਵੇ ਦਾ ਰੀਜਨ ਹੈ ਉਹਦੇ 'ਚ ਜ਼ਿਆਦਾ ਹੈ। ਔਰ ਮਾਲਵੇ ਦੇ ਰੀਜਨ ਵਿੱਚ ਹੀ ਜਿਹੜੇ ਹਾਈ ਪ੍ਰੋਡਿਊਸਿੰਗ ਐਨੀਮਲ ਹੈ ਉਹਨਾਂ ਦੀ ਵੀ ਗਿਣਤੀ ਜ਼ਿਆਦਾ ਹੈ, ਕਿਉਂਕਿ ਰੀਜਨ ਵੀ ਬਹੁਤ ਵੱਡਾ। ਹੁਣ ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ ਡਿਜ਼ੀਜ਼ ਦੀ, ਇਹ ਜਿਹੜੀ ਡਿਜ਼ੀਜ਼ ਹੈ ਇਹਨੂੰ ਸਮਝਣ ਵਾਸਤੇ ਸਾਨੂੰ ਕੁਝ ਚੀਜ਼ਾਂ ਦੇਖਣੀਆਂ ਪੈਣਗੀਆਂ। ਇਹ ਡਿਜ਼ੀਜ਼ ਆਲਰੇਡੀ ਕਲਾਸੀਫਾਈ ਹੋਈ ਹੈ, ਇਹਨੂੰ ਗੋਟ ਪਾਕਸ ਵਾਇਰਸ ਦੀ ਫੈਮਿਲੀ ਨਾਲ ਇਹਨੂੰ ਗਿਣਿਆ ਜਾਂਦਾ ਜੀ, ਕਿਉਂਕਿ ਜਿਹੜਾ ਇਹਦਾ ਵੈਕਸੀਨ ਵੀ ਅਵੇਲੇਬਲ ਹੈ, ਇਹਦਾ ਆਪਣਾ ਤਾਂ ਨਹੀਂ ਬਣਿਆ ਹਾਲੇ, ਉਹ ਗੋਟ ਪਾਕਸ ਵਾਲਾ ਹੀ ਚੱਲ ਰਿਹਾ ਜੀ। ਸੋ ਇਹ ਤੁਸੀਂ ਕੁਝ ਡਾਟਾ ਦੱਸ ਹੀ ਦਿੱਤਾ ਵੀ ਗੁਜਰਾਤ 'ਚ ਕਿੰਨੇ ਮਰ ਗਏ, ਰਾਜਸਥਾਨ 'ਚ ਕਿੰਨੇ ਮਰ ਗਏ, ਪੰਜਾਬ 'ਚ ਮਰ ਗਏ। ਇਹ ਬੜੇ ਡਿਫਰੈਂਟ ਸੋਰਸਿਸ ਤੋਂ ਡਿਫਰੈਂਟ ਇਨਫੋਰਮੇਸ਼ਨ ਮਿਲ ਰਹੀ ਹੈ ਜੀ। ਔਰ ਓਵਰਆਲ ਦੇਖਿਆ ਜਾਏ ਤਾਂ ਜਿਹੜੇ ਲਾਸਿਸ ਹੈ ਬਹੁਤ ਹੈ, ਜਿਵੇਂ ਕਿ ਤੁਹਾਡੇ ਡੇਅਰੀ ਫਾਰਮਰ ਨੇ ਵੀ ਦੱਸਿਆ, ਉਹ ਬਿਲਕੁਲ ਇਹਦੇ ਡੇਟੇ 'ਚ ਫਿੱਟ ਬਹਿੰਦਾ, ਕਿਉਂਕਿ ਇਸ ਡਿਜ਼ੀਜ਼ ਦੀ ਮਾਰਟੈਲਿਟੀ 1 ਤੋਂ 5% ਤੱਕ ਜਾ ਸਕਦੀ ਹੈ। ਹੁਣ ਉਹ ਕਹਿ ਰਹੇ ਕਿ 4% ਹੋ ਗਈ ਹੈ ਜੀ। ਜਿਹੜੀ ਮੋਰਬਿਡਿਟੀ ਹੈ, ਇਹਦਾ ਮਤਲਬ ਜਿਹੜੇ ਲਾਸਿਸ ਇਨ ਦੇਅਰ ਬਾਡੀ ਕੰਡੀਸ਼ਨ, ਇਨ ਦੇਅਰ ਮਿਲਕ, ਉਹ ਵੀ 20% ਤੱਕ ਪਹੁੰਚ ਸਕਦੇ ਆ, ਜਿਹੜੇ ਕਿ 20% ਬਹੁਤ ਹੈ। ਬਾਕੀ ਬਹੁਤ ਅਨਪ੍ਰੈਡਿਕਟੇਬਲ ਹੈ ਕਿ ਇਹ ਐਨੀਮਲ ਕਿਵੇਂ ਰਿਕਵਰ ਕਰਨਗੇ, ਇਹਨਾਂ ਦੇ ਨੈਕਸਟ ਲੈਕਟੇਸ਼ਨ 'ਚ ਕਿਆ ਸਟੇਟਸ ਹੋਏਗਾ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਧਿਆਨ ਮੰਗਦੀਆਂ। ਹੁਣ ਆਪਾਂ ਆਉਂਦੇ ਹਾਂ ਡਿਜ਼ੀਜ਼ ਤੇ। ਇਹਨੂੰ ਬਿਫੋਰ ਡਿਸਕਸ਼ਨ ਇਨ ਇੰਡੀਆ ਇਹਦਾ ਥੋੜਾ ਜਿਹਾ ਆਪਾਂ ਪੈਸੇਜ ਦੇਖੀਏ ਵੀ ਇਹ ਡਿਜ਼ੀਜ਼ ਪਹਿਲਾਂ ਕਿੱਥੋਂ ਚੱਲੀ। ਹਾਂਜੀ, 1929 ਦੇ ਵਿੱਚ ਇਹ ਜ਼ਾਂਬੀਆ ਦੇ ਵਿੱਚ ਡਾਇਗਨੋਸ ਹੋਈ ਸੀ, ਅਫਰੀਕਾ ਦੇ ਵਿੱਚ। ਔਰ ਅਪ ਟੂ 2012 ਇਹ ਉੱਥੇ ਡੋਰਮੈਂਟ ਰਹੀ ਹੈ, ਅਫਰੀਕਾ ਦੇ ਉਸ ਕੰਟਰੀ 'ਚ ਪਲੱਸ ਇਜ਼ਰਾਈਲ 'ਚ। ਅੱਛਾ ਜੀ। ਪਰ 2012 'ਚ ਇਹਨੇ ਜਿਹੜੀ ਆਪਣੀ ਔਨਵਰਡ ਜਰਨੀ ਜਿਹੜੀ ਹੈ ਉਹ ਈਸਟ ਨੂੰ ਉਹ ਸ਼ੁਰੂ ਕੀਤੀ ਹੈ। ਇਹ ਪਹਿਲਾਂ ਤਾਂ ਗਈ ਹੈ ਮੈਨੀ ਪਾਰਟਸ ਆਫ ਮਿਡਲ ਈਸਟ 2012 'ਚ, ਔਰ ਉਸ ਤੋਂ ਬਾਅਦ ਇਹ ਗਈ ਹੈ ਸਾਊਥ ਈਸਟ ਯੂਰਪ 'ਚ ਜੀ। ਫਿਰ ਇਹ ਚਲੇ ਗਈ ਬੈਲਕਨ ਕੰਟਰੀਜ਼ 'ਚ, ਫਿਰ ਚਲੀ ਗਈ ਕਾਕੇਸ਼ੀਅਨ ਕੰਟਰੀਜ਼ ਜੀ। ਉਸ ਤੋਂ ਬਾਅਦ ਇਹ ਰਸ਼ੀਅਨ ਫੈਡਰੇਸ਼ਨ ਕੰਟਰੀਜ਼ ਵੀ ਚਲ ਗਈ ਤੇ ਕਾਜ਼ਖਸਤਾਨ ਤੱਕ ਆ ਗਈ। ਹੁਣ ਜਦੋਂ 2019 ਆ ਗਿਆ, ਉਹ ਪਹਿਲੀ ਵਾਰੀ ਇਹ ਡਿਜ਼ੀਜ਼ ਬੰਗਲਾਦੇਸ਼ 'ਚ ਅਪੀਅਰ ਹੋਈ, ਉਸ ਤੋਂ ਬਾਅਦ ਚਾਈਨਾ 'ਚ ਅਪੀਅਰ ਹੋਈ, ਔਰ ਇੰਡੀਆ ਦੀ ਉੜੀਸਾ ਸਟੇਟ ਦੇ ਵਿੱਚ ਵੀ ਇਹ ਅਪੀਅਰ ਹੋਈ। ਔਰ ਉਸ ਤੋਂ ਬਾਅਦ ਅਗਲੇ ਸਾਲ ਜੁਲਾਈ 2020 'ਚ ਇਹ ਨੇਪਾਲ, ਤਾਇਵਾਨ, ਕਲੋਜ਼ ਟੂ ਚਾਈਨਾ ਇਹ ਚਲੇ ਗਏ। ਡਾਕਟਰ ਬਾਜਵਾ, ਇੱਕ ਇੱਥੇ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਪਿਛਲੇ ਕੁਝ ਸਾਲਾਂ ਦੇ ਵਿੱਚ ਇਨਵਾਇਰਮੈਂਟਲੀ ਸਪੀਕਿੰਗ, ਵਾਤਾਵਰਣ ਦੇ ਵਿੱਚ ਕੋਈ ਇਹੋ ਜਿਹਾ ਬਦਲਾਵ ਆਇਆ ਹੈ ਕਿ ਇਹ ਬਿਮਾਰੀ ਜੋ ਕਿ ਅਫਰੀਕਾ ਦੇ ਵਿੱਚ 1929 ਤੋਂ ਪ੍ਰੀਟੀ ਮੱਚ ਇਸ ਸੈਂਚੁਰੀ, ਇਸ ਸਦੀ ਤੱਕ ਡੋਰਮੈਂਟ ਸੀਗੀ, ਹੁਣ ਆਲ ਆਫ ਅ ਸਡਨ ਪਿਛਲੇ 2-3 ਸਾਲਾਂ ਦੇ ਵਿੱਚ ਇੰਨੇ ਵੱਡੇ ਲੈਵਲ ਤੇ ਫੈਲ ਰਹੀ ਹੈ ਐਂਡ ਇੱਕ ਮਤਲਬ ਬੈਰੀਅਰ ਕ੍ਰਾਸ ਕਰਕੇ ਏਸ਼ੀਆ ਦੇ ਵਿੱਚ ਵੀ ਪਹੁੰਚ ਚੁੱਕੀ ਹੈ। ਹੈਜ਼ ਐਨੀਥਿੰਗ ਚੇਂਜਡ ਇਨ ਦ ਲਾਸਟ ਫਿਊ ਇਅਰਸ ਇਨਵਾਇਰਮੈਂਟਲੀ ਸਪੀਕਿੰਗ? ਇਹ ਇਸ ਤਰ੍ਹਾਂ ਹੈ ਜੀ, ਜਦੋਂ ਦੀ ਆ ਫ੍ਰੀ ਮਾਰਕੀਟ ਕਨਸੈਪਟ 1991 ਚ ਆਇਆ, ਉਹਦੇ ਨਾਲ ਮਾਰਕੀਟ ਫ੍ਰੀ ਮੀਨਸ ਗਲੋਬਲ ਹੋ ਗਈ। ਉਹਦੇ ਵਿੱਚ ਮੂਵਮੈਂਟ ਆਫ ਐਨੀਮਲਸ, ਮੂਵਮੈਂਟ ਆਫ ਟ੍ਰੇਡ ਗੁੱਡਸ,
ਮੂਵਮੈਂਟ ਆਫ ਮਿਲਕ ਪ੍ਰੋਡਕਟ, ਮੂਵਮੈਂਟ ਆਫ ਐਨੀਮਲਸ ਵੀ ਨਾਲ ਹੀ, ਇਹ ਸਾਰੀਆਂ ਚੀਜ਼ਾਂ ਵੱਧ ਗਈਆਂ। ਔਰ ਉਸ ਤੋਂ ਬਾਅਦ ਤੁਸੀਂ ਇਹ ਕਲਾਈਮੇਟ ਦੀ ਗੱਲ ਕੀਤੀ, ਮੈਂ ਇਹਨੂੰ ਅੰਡਰਸਟੈਂਡ ਕਰਦਾ ਸੀ, ਜਿੱਧਰੋਂ ਡਿਜ਼ੀਜ਼ ਆਉਂਦੀ ਹੈ ਪੰਜਾਬ ਦੇ ਵਿੱਚ ਉਸੇ ਰਸਤੇ ਹੀ ਮਾਨਸੂਨ ਆਉਂਦੀ ਹੈ। ਅਗਰ ਇਹ ਦੇਖਿਆ ਜਾਏ ਤਾਂ ਮਾਨਸੂਨ ਦਾ ਵੀ ਉਹੀ ਰਸਤਾ ਹੈ। ਔਰ ਮੁੜ ਕੇ ਇਹਦੇ ਵਾਸਤੇ ਜਿਹੜੇ ਇਹਦੇ ਵੈਕਟਰ ਹੈ, ਜਿਹੜੀ ਮੱਖੀ, ਮੱਛਰ, ਚਿੱਚੜ, ਉਹਨਾਂ ਵਾਸਤੇ ਕਿਆ ਕੰਡੂਸਿਵ এনवायरमेंट ਹੈ। ਇੱਕ ਸਰਟਨ ਵਾਰਮ ਐਂਡ ਮੋਇਸਟ ਐਟਮੋਸਫੀਅਰ, ਜਦੋਂ ਗ੍ਰਾਸ ਤੇ ਵੈਜੀਟੇਸ਼ਨ ਥੋੜੀ ਜ਼ਿਆਦਾ ਹੁੰਦੀ ਹੈ, ਟਿਕਸ ਜਿਹੜੀਆਂ ਉਹ ਉੱਥੇ ਹੁੰਦੀਆਂ, ਮੱਖੀਆਂ ਜ਼ਿਆਦਾ ਹੋ ਜਾਂਦੀਆਂ, ਮੱਛਰ ਜ਼ਿਆਦਾ ਹੋ ਜਾਂਦੇ। ਸੋ ਜਿੱਥੋਂ ਤੱਕ ਮੈਨੂੰ ਇਹ ਲੱਗ ਰਿਹਾ ਕਿ ਇਹ ਸਾਰੀ ਕੰਬੀਨੇਸ਼ਨ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ। ਜਿਵੇਂ ਕਰੋਨਾ ਆ ਗਿਆ ਸੀ, that is also a migratory disease, ਟਰਾਂਸ ਮਾਈਗ੍ਰੇਸ਼ਨ ਇਹਨਾਂ ਦੀ ਹੋ ਜਾਂਦੀ ਹੈ। ਇਹਨਾਂ ਦੇ ਕਈ ਵਾਰੀ ਹੋਸਟ ਚਲੇ ਜਾਂਦੇ ਆ। ਹੁਣ ਮੈਂ ਅੱਜ ਇੱਕ ਹੋਰ ਨਿਊਜ਼ ਦੇਖ ਰਿਹਾ ਸੀ ਵੀ 3 ਕੈਂਗਰੂਜ਼ ਵੈਸਟ ਬੰਗਾਲ 'ਚ ਅਪੀਅਰ ਹੋਏ। ਹੁਣ ਕੈਂਗਰੂ ਇਜ਼ ਅ ਨੇਟਿਵ ਟੂ ਆਸਟ੍ਰੇਲੀਆ, ਉਹ ਇੱਥੇ ਆ ਗਿਆ। ਉਹਦੇ ਵਾਸਤੇ ਸਸਪੈਕਟ ਇਹ ਕੀਤਾ ਜਾ ਰਿਹਾ ਕਿ ਵਾਈਲਡ ਲਾਈਫ ਦਾ ਇਹ ਟ੍ਰੇਡ ਹੋ ਰਿਹਾ ਸੀ ਉੱਥੋਂ, ਜਾਂ ਤਾਂ ਕੋਈ and you know and they bring certain diseases with them, ਉਹਨਾਂ ਦੇ ਆਪ ਦੇ ਜੋ ਜਿਸ এনवायरमेंट ਤੋਂ ਆਉਂਦੇ ਉਹ ਚੀਜ਼ਾਂ ਕੈਰੀ ਕਰਕੇ ਲੈ ਕੇ ਆਉਂਦੇ ਆ। ਐਂਡ ਇਹਦੇ ਨਾਲ ਜੋ ਵੀ ਲੋਕਲ এনवायरमेंट ਹੁੰਦੀ ਆਫ ਕੋਰਸ ਉਹਦੇ ਤੇ ਅਸਰ ਹੋਣਾ ਹੀ ਹੈ। ਡਾਕਟਰ ਸਾਹਿਬ ਤੁਸੀਂ ਥੋੜਾ ਜਿਹਾ ਇੱਥੇ ਇਸ ਬਿਮਾਰੀ ਦੇ ਲਈ ਕੀ ਇਸ ਬਿਮਾਰੀ ਨੂੰ ਫੈਲਣ ਲਈ ਕਿਹੋ ਜਿਹੀ ਕੰਡੀਸ਼ਨਸ ਦੀ ਲੋੜ ਹੁੰਦੀ ਹੈ ਉਹਦੇ ਬਾਰੇ ਜ਼ਿਕਰ ਕੀਤਾ। ਮੈਂ ਚਾਹਾਂਗੀ ਤੁਸੀਂ ਇਹ ਵੀ ਸਾਨੂੰ ਜ਼ਰੂਰ ਦੱਸੋ ਕਿ ਜਦੋਂ ਇਹ ਫੈਲਦੀ ਹੈ ਕਿਹੋ ਜਿਹੇ ਇਹ ਸਾਈਨਸ ਪ੍ਰੈਜ਼ੈਂਟ ਕਰਦੀ ਹੈ, ਖਾਸ ਕਰਕੇ ਕੈਟਲ ਦੇ ਵਿੱਚ ਜੋ ਤਸਵੀਰਾਂ ਸਾਨੂੰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੀਆਂ ਕਾਫੀ ਯੂ ਨੋ ਦੇਰ ਰੀਅਲੀ ਡਿਸਟਰਬਿੰਗ, ਜਿਸ ਤਰ੍ਹਾਂ ਕੈਟਲ ਨੂੰ ਇਹ ਐਂਡ ਸਮੇਂ ਦੇ ਵਿੱਚ ਇੰਪੈਕਟ ਕਰਦੀ ਹੈ। ਬਟ ਉਸ ਤੋਂ ਪਹਿਲੇ ਕੋਈ ਇਹੋ ਜਿਹੇ ਸਾਈਨਸ ਹਨ ਜੋ ਆਈਡੈਂਟੀਫਾਈ ਕਰਦੇ ਕਿ ਸ਼ਾਇਦ ਇਸ ਕੈਟਲ ਨੂੰ ਇਹ ਡਿਜ਼ੀਜ਼ ਆਲਰੇਡੀ ਅਫੈਕਟ ਕਰ ਰਹੀ ਹੈ? ਉਹ ਇਸ ਤਰ੍ਹਾਂ ਹੈ ਜੀ, ਪਹਿਲਾਂ ਤੇ ਇੱਕ ਮੈਂ ਲਾਈਨ ਵਿੱਚ ਹੋਰ ਐਡ ਕਰ ਦੇਣਾ ਕਿ 2014 ਤੋਂ ਇਸ ਡਿਜ਼ੀਜ਼ ਦਾ ਜਿਹੜਾ ਸਟੇਟਸ ਹੈ ਉਹ ਰਿਪੋਰਟੇਬਲ ਡਿਜ਼ੀਜ਼ ਹੈ। ਔਰ ਇਹ ਦੱਸਣੀ ਚਾਹੀਦੀ ਹੈ ਜਦੋਂ ਕਿਤੇ ਅਪੀਅਰ ਹੋਵੇ ਗਵਰਨਮੈਂਟ ਦੀਆਂ ਸੈਂਟਰਲ ਅਥਾਰਟੀਜ਼ ਨੂੰ, ਕਿਉਂਕਿ ਇਹਦੀ ਜਿਹੜੀ ਵਰਲਡ ਆਰਗੇਨਾਈਜੇਸ਼ਨਸ ਹੈ ਐਨੀਮਲ ਹੈਲਥ ਦੀਆਂ, ਉਹ ਇਹਦਾ ਰਿਕਾਰਡ ਲਾਉਂਦੀਆਂ। ਹੁਣ ਇਹ ਤੁਸੀਂ ਪੁੱਛਿਆ ਵੀ ਇਹਦਾ ਜਿਹੜਾ ਹੈ ਵੀ ਕਾਜ਼ੇਟਿਵ ਏਜੰਟ ਅਸੀਂ ਦੱਸ ਦਿੱਤਾ, ਉਹਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੈ ਨਾ ਜੀ ਉਹ 28 ਡੇਜ਼। ਇਹਦਾ ਮਤਲਬ ਹੈ ਇਹ ਕੋਈ ਜ਼ਰੂਰੀ ਨਹੀਂ ਵੀ 28 ਤੇ ਹੀ ਜਾ ਕੇ ਡਿਜ਼ੀਜ਼ ਅਪੀਅਰ ਹੋਏਗੀ, ਇਟ ਡਿਪੈਂਡਸ ਅਪਨ ਐਨੀਮਲ ਟੂ ਐਨੀਮਲ, ਪਰ ਇਹ ਹੈ ਟਾਈਮ ਆਫ ਐਕਸਪੋਜਰ ਅਪ ਟੂ ਸ਼ੋਇੰਗ ਦਾ ਸਿੰਪਟਮ। ਸਿਰਫ ਜਿਹੜੇ ਕੋਈ 7 ਦਿਨਾਂ 'ਚ ਬਹੁਤ ਸਾਰੇ ਐਨੀਮਲਸ ਨੂੰ ਇਹ ਮਾਈਲਡ ਅਟੈਕ ਕਰਦੀ ਹੈ, ਉਹ ਜਿਹੜੇ ਐਨੀਮਲਸ ਹੈ 7 ਦਿਨਾਂ ਬਾਅਦ ਰਿਕਵਰ ਕਰਨੇ ਸ਼ੁਰੂ ਕਰ ਜਾਂਦੇ, ਉਹ ਗੁੱਡ ਨਿਊਜ਼ ਹੈ। ਪਰ ਜਿਹੜੇ ਕੁਛ ਜ਼ਿਆਦਾ ਥੱਲੇ ਆ ਜਾਂਦੇ ਆ, ਮੇ ਬੀ their immune system is compensated, ਉਹਨਾਂ ਦੀ ਕੋਈ এনवायरमेंट 'ਚ ਫਰਕ ਹੈ, ਓਵਰ ਕਰਾਊਡਿੰਗ ਹੈ, ਜਾਂ ਉਹਨਾਂ ਦਾ ਨਿਊਟ੍ਰੀਸ਼ਨਲ ਜਿਹੜਾ ਸਟੇਟਸ ਹੈ ਉਹ ਠੀਕ ਨਹੀਂ ਹੈ, ਖਾਣਾ ਪੀਣਾ ਉਹਨਾਂ ਦਾ, ਉਹ ਕਮਜ਼ੋਰ ਜਿਹੜੇ ਐਨੀਮਲ, ਤੇ ਜਾਂ ਜਿਹੜੇ ਹੁਣ ਕਹੋਗੇ ਫਿਰ ਅਗਰ ਕਮਜ਼ੋਰ ਹੈ ਤੇ ਲੈਕਟੇਟਿੰਗ ਕਿਉਂ ਹੋ ਗਏ? ਜਿਹੜੀ ਲੈਕਟੇਸ਼ਨ ਪੀਰੀਅਡ ਹੈ ਇਹਦਾ ਆਪਣਾ ਸਟ੍ਰੈਸ ਹੈ ਬੋਡੀ 'ਤੇ, ਕਿਉਂਕਿ ਇਟ ਡਰੇਨਸ ਅ ਲਾਟ ਆਫ ਕੈਲਸ਼ੀਅਮ ਐਂਡ ਅਦਰ ਥਿੰਗਸ, ਮਿਨਰਲਸ ਐਵਰੀ ਡੇ, ਉਹ ਜਿਹੜੀਆਂ ਬਿਲਕੁਲ ਰਿਪਲੇਸ ਹੋਣੀ ਚਾਹੀਦੀਆਂ। ਐਨੀਮਲਸ ਉਹ ਜਦੋਂ ਹੁੰਦੇ ਆ ਉਸ ਪੀਰੀਅਡ 'ਚ ਉਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ। ਹੁਣ ਕਲੀਨਿਕਲ ਸਾਈਨ ਇਹਦੇ ਹੈ ਕਿ ਮਿਨੀਮਮ ਟੈਂਪਰੇਚਰ ਇਹਦਾ ਇੱਕਦਮ ਵੱਧ ਜਾਂਦਾ ਵਾ, ਚੌਥੇ ਪੰਜਵੇਂ ਦਿਨ 41 ਡਿਗਰੀ ਸੈਂਟੀਗ੍ਰੇਡ ਐਂਡ ਅਬਵ ਔਰ 106 ਡਿਗਰੀ ਫਾਰਨਹਾਈਟ ਐਂਡ ਅਬਵ। ਜਿਹੜੀਆਂ ਆਈਜ਼ ਹੈ ਉਹ ਵਾਟਰੀ ਹੋ ਜਾਂਦੀਆਂ, ਪਾਣੀ ਆਉਣ ਲੱਗ ਜਾਂਦਾ, ਜਿਹੜੀਆਂ ਨੇਜ਼ਲ ਸਕ੍ਰੀਸ਼ਨ ਐਕਸਕ੍ਰੀਸ਼ਨ ਉਹ ਆਉਣ ਲੱਗ ਜਾਂਦੀਆਂ, ਜਿਹੜਾ ਡੰਗਰ ਦੀ ਭੁੱਖ ਹੈ ਉਹ ਮਰ ਜਾਂਦੀ ਹੈ, ਪੱਠੇ ਖਾਣੇ ਉਹ ਛੱਡ ਜਾਂਦਾ। ਔਰ ਜਦੋਂ ਇਹ ਲਾਸ ਆਫ ਐਪੀਟਾਈਟ ਹੋ ਜਾਂਦਾ ਨਾ ਜੀ, ਕਿਉਂਕਿ ਬਹੁਤ ਵੱਡੀਆਂ ਬਾਡੀਜ਼ ਹੁੰਦੀਆਂ ਇਹਨਾਂ ਦੀਆਂ, ਇਹ ਬਹੁਤ ਇੱਕ ਮਾੜਾ ਸਾਈਨ ਹੈ। ਅਗਰ ਇਹ 2-3 ਦਿਨਾਂ 'ਚ ਇੱਥੋਂ ਨਹੀਂ ਰਿਕਵਰ ਹੁੰਦੇ ਤਾਂ ਬਹੁਤ ਡੈਮੇਜ। ਹੁਣ ਅੱਗੋਂ ਰਿਡਿਊਸ ਮਿਲਕ ਯੀਲਡ ਹੋ ਗਈ, ਅਸੀਂ ਦੱਸ ਹਟੇ। ਜਿਹੜੇ ਇਹਨਾਂ ਦੇ ਸੁਪਰਫਿਸ਼ੀਅਲ ਲਿੰਫ ਨੋਡਸ ਹੁੰਦੇ ਆ ਇੱਥੇ ਮੈਗਜ਼ਿਲਰੀ ਜਾਂ ਕੰਨਾਂ ਦੇ ਥੱਲੇ, ਉਹ ਵੱਡੇ ਹੋ ਜਾਂਦੇ, ਉੱਥੋਂ ਪਤਾ ਲੱਗ ਜਾਂਦਾ। ਜਦੋਂ ਉਹ ਲਿੰਫ ਨੋਡ ਵੱਡੇ ਹੋ ਜਾਂਦੇ ਆ, ਇਨਫਲੇਮ ਹੋ ਜਾਂਦੇ ਆ, ਉਹ ਫਿਰ ਲਿੰਫ ਨੋਡ ਇੱਕ ਫਿਲਟਰੇਸ਼ਨ ਸਿਸਟਮ ਹੈ ਬੋਡੀ ਦਾ, ਜਿਹਦੇ ਨਾਲ ਪਲਾਜ਼ਮਾ
ਬਾਡੀ ਫਲੂਇਡ ਹਾਂਜੀ ਬਾਡੀ ਲਿਕੁਇਡ ਕਿੱਥੇ ਕਿੱਥੇ ਭੇਜਣੇ ਆ। ਜੀ ਫਿਰ ਉਹਦੇ ਨਾਲ ਕੀ ਹੁੰਦਾ ਹੈ, ਜਦੋਂ ਉਹ ਕੰਪਨਸੇਟ ਹੋ ਗਿਆ, ਥੋੜਾ ਜਿਹਾ ਅੰਡਰ ਸਟ੍ਰੈਸ ਆ ਗਿਆ ਤੇ ਸੋਜਾ ਪੈ ਜਾਂਦੀ ਹੈ ਇਹ ਤਾਂ ਪੈਰਾਂ ਤੇ, ਹਿਊਮਨਸ ਦੇ ਵਿੱਚ ਲੱਤਾਂ। ਵੀ ਅਸੀਂ ਵੇਖਦੇ ਹਾਂ ਕਿ ਜਦੋਂ ਤੁਹਾਨੂੰ ਕੋਈ ਇਨਫੈਕਸ਼ਨ ਹੋ ਰਹੀ ਹੁੰਦੀ ਹੈ ਜਾਂ ਬੁਖਾਰ ਜਾਂ ਜ਼ੁਕਾਮ ਕੁਝ ਹੁੰਦਾ ਹੈ, ਤੁਹਾਡੇ ਇੱਥੇ ਵਾਲੇ ਲਿੰਫ ਨੋਡਸ ਕਦੀ ਵੱਧ ਜਾਂਦੇ ਜਾਂ ਹੋਰ ਤੁਹਾਡੇ ਸਰੀਰ ਦੇ ਵਿੱਚ ਉਹ ਜੋ ਲਿੰਫ ਨੋਡਸ ਹੈਗੇ ਉਹ ਡਾਕਟਰ ਵੀ ਚੈੱਕ ਕਰਦਾ ਹੈ ਕਿ ਹਾਂ ਤੁਹਾਡੇ ਵਧੇ ਹੋਏ ਹੈ, ਤੁਹਾਨੂੰ ਕੋਈ ਇਨਫੈਕਸ਼ਨ ਹੈ, ਤੁਹਾਡੀ ਬਾਡੀ ਲੜ ਰਹੀ ਹੈ। ਸੋ ਸਿਮਿਲਰ ਸਾਈਨਸ ਬੁਖਾਰ, ਲਿੰਫ ਨੋਡਸ, loss of appetite ਇਹ ਕੈਟਲ ਦੇ ਵਿੱਚ ਵੀ ਪੇਸ਼ ਕਰ ਰਿਹਾ। I have to ask Dr. Bajwa because ਇਸ ਚੀਜ਼ ਨੂੰ ਲੈ ਕੇ I think ਪੂਰੀ ਦੁਨੀਆ ਚਿੰਤਕ ਮਹਿਸੂਸ ਕਰਦੀ ਹੈ ਜਦੋਂ ਵੀ ਇਹੋ ਜਿਹੀ ਕੋਈ ਬਿਮਾਰੀ ਅੱਗੇ ਆਉਂਦੀ ਹੈ। ਰੀਸੈਂਟਲੀ ਯੂਨਾਈਟਿਡ ਸਟੇਟਸ ਦੇ ਵਿੱਚ ਗਲੋਬਲੀ ਐਕਚੁਅਲੀ ਮੰਕੀ ਪੌਕਸ ਦੀ ਬਹੁਤ ਚਰਚਾ ਹੋ ਰਹੀ ਹੈ। ਉਸ ਤੋਂ ਪਹਿਲੇ ਕੋਵਿਡ ਜੋ ਕਿ ਬੈਟਸ ਤੋਂ ਸ਼ੁਰੂ ਹੋਈ ਬਿਮਾਰੀ। ਇਸ ਬਿਮਾਰੀ ਦਾ ਕੋਈ ਇਹੋ ਜਿਹਾ ਟਰੈਕ ਹੈਗਾ ਕਿ ਇਹ ਕੈਟਲ ਤੋਂ ਹਿਊਮਨਸ ਤੱਕ ਜੰਪ ਕਰ ਸਕਦੀ ਹੈ? ਕੋਈ ਇਹੋ ਜਿਹਾ ਰਿਲੇਸ਼ਨ ਜਿਹਦੇ ਬਾਰੇ ਸਾਨੂੰ ਆਉਣ ਵਾਲੇ ਸਮੇਂ ਦੇ ਲਈ ਚਿੰਤਕ ਹੋਣ ਦੀ ਲੋੜ ਹੈ? ਅੱਜ ਦੇ ਦਿਨ 'ਚ ਬਿਲਕੁਲ ਨਹੀਂ ਜੀ। ਈਵਨ ਜਿਹੜੇ ਵਰਕਰ ਕੰਮ ਵੀ ਕਰਦੇ ਆ ਉਹਨਾਂ ਨੂੰ ਇਹ ਵਾਇਰਸ ਨਹੀਂ ਹੋਏਗਾ, ਪਰ ਇਹ ਵਾਇਰਸ ਦੇ ਜਿਹੜੇ ਨਾਡਿਊਲਸ ਹੈ ਜਦੋਂ ਉਹ ਇਨਫੈਕਟਡ ਹੋ ਕੇ ਕਈ ਉਹ ਗੂੰਮੜੇ ਫਟ ਜਾਂਦੇ ਆ ਤੇ ਉਹਦੇ ਵਿੱਚ ਕਾਮਨ ਇਨਫੈਕਸ਼ਨਸ ਹੁੰਦੀਆਂ ਬੈਕਟੀਰੀਆ ਲਾਈਕ ਸਟੈਫਲੋਕੋਕਸ, ਸਟੈਪਟੋਕੋਕਸ, ਈ ਕੋਲਾਈ, ਸੂਡੋਮੋਨਾਸ। ਉਹਨਾਂ ਦੀਆਂ ਕਈ ਵਾਰੀ ਇਨਫੈਕਸ਼ਨ ਸਟੈਫ ਦੀ ਤੁਹਾਨੂੰ ਪਤਾ ਵੀ ਸਕਿਨ ਤੇ ਹੋ ਜਾਂਦੀ ਹੈ। ਸੋ ਜਿਹੜੇ ਵਰਕਰਸ ਹੈ ਉਹਨਾਂ ਨੂੰ ਇਹ ਰਿਕਮੈਂਡ ਕੀਤਾ ਜਾਂਦਾ ਵੀ ਉਹ ਗਲਵਜ਼ ਪਾਉਣ। ਅਗਰ ਗਲਵ ਨਹੀਂ ਹੈ ਤਾਂ ਉਹ ਆਪਣੇ ਜਿਹੜੇ ਹੱਥ ਹੈ ਉਹ ਸਾਬਣ ਨਾਲ, ਕਿਸੇ ਡਿਸਇਨਫੈਕਟੈਂਟ ਡਿਟਰਜੈਂਟ ਦੇ ਨਾਲ ਉਹ ਜ਼ਰੂਰ ਧੋਣ। ਪਰ ਅੱਜ ਦੇ ਦਿਨ 'ਚ ਨਾ ਤਾਂ ਇਹ ਮਿਲਕ ਦੇ ਥਰੂ ਜਾਂਦੀ ਹੈ, ਮਿਲਕ ਦੇ ਵਿੱਚ ਹਾਲੇ ਕੋਈ ਵਾਇਰਸ ਜਿਹੜਾ ਸਕ੍ਰੀਟ ਨਹੀਂ ਹੋਇਆ। ਸੋ ਜਿਹੜਾ ਉਹ ਮਿਲਕ ਹੈ ਬਹੁਤ ਸਾਰੇ ਲੋਕ ਉਹ ਮਿਲਕ ਨੂੰ ਸੁੱਟ ਰਹੇ ਆ। ਨਹੀਂ, ਸੁੱਟਣਾ ਨਹੀਂ ਚਾਹੀਦਾ, ਉਹਨੂੰ ਚੰਗੀ ਤਰ੍ਹਾਂ ਉਬਾਲ ਲਓ ਔਰ ਉਹ ਜਿਹੜਾ ਹੈ ਉਹ ਹਿਊਮਨ ਕੰਜ਼ੰਪਸ਼ਨ ਵਾਸਤੇ ਫਿੱਟ ਹੈ। ਐਂਡ ਇਹ ਬਾਵਜੂਦ ਇਸ ਚੀਜ਼ ਦੇ ਬਾਵਜੂਦ ਕਿ ਇੰਡੀਆ ਦੇ ਵਿੱਚ ਮਿਲਕ ਨੂੰ ਉਸ ਲੈਵਲ ਦੀ ਪੈਸਚਰਾਈਜੇਸ਼ਨ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਯੂਨਾਈਟਿਡ ਸਟੇਟਸ ਦੇ ਸਟੈਂਡਰਡਸ ਹਨ, ਤਦ ਵੀ ਉਹ ਦੁੱਧ ਸੇਫ ਹੈ ਕੰਜ਼ੂਮ ਕਰਨ ਲਈ? ਹਾਂਜੀ, ਮਤਲਬ ਜਿਹੜਾ ਪਾਸਚਰਾਈਜੇਸ਼ਨ ਨਾਲ ਹੁੰਦਾ ਉਹ ਕੁਝ ਇਹੋ ਜਿਹੇ ਮਰਦੇ ਆ ਉਹਦੇ 'ਚ ਪੈਥੋਜਨ ਜਿਹੜੇ ਆਮ ਬਹੁਤ ਸਾਰੇ ਤਾਂ ਮਰ ਜਾਂਦੇ ਆ। ਜਿਹੜੀ ਸਾਡਾ ਬੋਇਲਿੰਗ ਸਿਸਟਮ ਹੈ ਨਾ ਜੀ, ਹਾਂਜੀ, ਉਹਦੇ ਨਾਲ ਬਹੁਤ ਸਾਰੇ ਪੈਥੋਜਨ ਤਾਂ ਮਰ ਜਾਂਦੇ ਜੀ। ਸਿਰਫ ਇਹਦੇ 'ਚ ਜਿਹੜੀ ਪਾਸਚਰਾਈਜੇਸ਼ਨ ਹੈ ਇਹਦੇ ਨਾਲ ਰਿਕੇਟਸੀਆ ਹੋਰ ਕੁਝ ਇਹੋ ਜਿਹੇ ਬੈਟਰ ਹੋ ਜਾਂਦੇ ਆ ਜੀ। ਸੋ ਕੋਈ ਐਸੀ ਗੱਲ ਨਹੀਂ ਹੈ, ਦੁੱਧ ਦੀ ਕੰਜ਼ੰਪਸ਼ਨ ਤੇ ਹਿਊਮਨ ਨੂੰ ਕੋਈ ਪ੍ਰੋਬਲਮ ਨਹੀਂ। That's absolutely good to know, but I think still ਇਸ ਚੀਜ਼ ਦੀ ਥੋੜੀ ਜਿਹੀ ਡਿਸਕਸ਼ਨ ਕਰਨੀ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਇਹਦਾ ਹੱਲ ਹੋ ਸਕਦਾ ਹੈ। ਵੈਕਸੀਨਸ ਦੀ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਤੇ ਹੋਰ ਟ੍ਰੀਟਮੈਂਟਸ ਦਿੱਤੇ ਜਾ ਰਹੇ ਕੈਟਲ ਨੂੰ, ਖਾਸ ਕਰਕੇ ਪੰਜਾਬ ਦੇ ਵਿੱਚ ਇਹ ਖਬਰਾਂ ਵੀ ਸਾਨੂੰ ਸੁਣਨ ਨੂੰ ਮਿਲ ਰਹੀਆਂ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਡਾਕਟਰ ਸਾਹਿਬ, ਇਸ ਤਰ੍ਹਾਂ ਸਾਡੇ ਨਾਲ ਜੁੜੇ ਹੋ ਵਿਊਅਰਸ, ਤੁਸੀਂ ਵੀ ਜੁੜੇ ਰਹੋ। ਪੰਜਾਬ ਅਤੇ ਇੰਡੀਆ ਦੇ ਹੋਰ ਸਟੇਟਾਂ ਦੀ ਕੈਟਲ ਦੀ ਸਥਿਤੀ ਨੂੰ ਲੈ ਕੇ ਲੰਪੀ ਸਕਿਨ ਡਿਜ਼ੀਜ਼ ਦਾ ਕਿਸ ਤਰ੍ਹਾਂ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ, ਉਹਦੀ ਗੱਲ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਇੱਕ ਇਹੋ ਜਿਹੀ ਬਿਮਾਰੀ ਦੀ ਗੱਲ ਕਰ ਰਹੇ ਹਾਂ ਜੋ ਕਿ ਪੰਜਾਬ ਦੀ ਕੈਟਲ ਨੂੰ ਬਹੁਤ ਬੁਰੀ ਤਰ੍ਹਾਂ ਅਫੈਕਟ ਕਰ ਰਿਹਾ ਹੈ। ਬਟ ਆਫ ਕੋਰਸ ਇਹ ਬਿਮਾਰੀ ਹੈ, ਸਾਇੰਟੀਫਿਕ ਤੌਰ ਤੇ ਇਹਨੂੰ ਸਮਝਣ ਲਈ ਅਸੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ। ਹੁਣ ਇਹਦੇ ਕੀ ਹੱਲ, ਕੀ ਵੈਕਸੀਨਸ ਅਤੇ ਟ੍ਰੀਟਮੈਂਟਸ ਲਾਗੂ ਕੀਤੇ ਜਾ ਰਹੇ, ਉਹਦੇ ਬਾਰੇ ਗੱਲ ਕਰਨ ਲਈ ਇੱਕ ਵਾਰੀ ਫਿਰ ਮੈਂ ਸਵਾਗਤ ਕਰਦੀ ਹਾਂ ਸਾਡੇ ਆਪਣੇ ਡਾਕਟਰ ਰਸ਼ਪਾਲ ਸਿੰਘ ਬਾਜਵਾ ਜੀ, ਜਿਨ੍ਹਾਂ ਦੀ ਵੈਟਨਰੀ ਸਾਇੰਸਿਸ ਦੇ ਵਿੱਚ ਐਕਸਪਰਟੀਜ਼ ਹੈਗੀ। ਡਾਕਟਰ ਬਾਜਵਾ ਜੀ, ਵਾਂਸ ਅਗੇਨ ਵੈਲਕਮ ਬੈਕ। ਤੁਸੀਂ ਜਦੋਂ ਵੀ ਸਾਡੇ ਚੈਨਲ ਤੇ ਵਿਊਅਰਸ ਨਾਲ ਜੁੜਦੇ ਹੋ, ਸਾਨੂੰ ਸਾਰਿਆਂ ਨੂੰ ਵਿਜ਼ਡਮ ਤੇ ਨੌਲੇਜ ਦਿੰਦੇ ਹੋ, ਖਾਸ ਕਰਕੇ ਇਸ ਏਰੀਆ ਦੇ ਵਿੱਚ ਜਿਹਦੇ ਵਿੱਚ ਤੁਹਾਡੀ ਕਿੰਨੀ ਸਾਲਾਂ ਦੀ ਐਕਸਪਰਟੀਜ਼ ਹੈਗੀ। ਸੋ ਥੈਂਕ ਯੂ ਵਾਂਸ ਅਗੇਨ। ਡਾਕਟਰ ਬਾਜਵਾ ਜੀ, ਇਹ ਲੰਪੀ ਸਕਿਨ ਡਿਜ਼ੀਜ਼ ਇਸ ਵੇਲੇ ਵੇਖਣ ਨੂੰ ਕਾਫੀ ਮਾੜੀ ਤਰ੍ਹਾਂ ਅਫੈਕਟ ਕਰ ਰਹੀ ਹੈ ਕੈਟਲ ਨੂੰ, ਮਿਲਕ ਪ੍ਰੋਡਕਸ਼ਨ ਨੂੰ, ਪੰਜਾਬ ਸਟੇਟ ਨੂੰ, ਜੋ ਇੱਕ ਵੱਡੇ ਲੈਵਲ ਤੇ ਆਪ ਦਾ ਹਿੱਸਾ ਨਿਭਾ ਰਹੀ ਹੈ ਇਸ ਸੈਕਟਰ ਦੇ ਵਿੱਚ। ਬਟ ਇਹਦੇ ਟ੍ਰੀਟਮੈਂਟਸ ਹਨ, ਇਹਦੀ ਵੈਕਸੀਨ ਹੈਗੀ, ਵੈਕਸੀਨ ਐਡਮਿਨਿਸਟਰ ਕੀਤੀ ਜਾ ਰਹੀ ਹੈ। ਇਹਦੇ ਬਾਰੇ ਵੀ ਸਾਨੂੰ ਕੁਝ ਖਬਰਾਂ ਸੁਣਨ ਨੂੰ ਮਿਲ ਰਹੀਆਂ। ਆਈਡ ਲਵ ਟੂ ਹੀਅਰ ਫਰਮ ਯੂ ਕਿ ਇਸ ਬਿਮਾਰੀ ਨੂੰ ਰੋਕਿਆ ਕਿਸ ਤਰ੍ਹਾਂ ਜਾ ਸਕਦਾ ਹੈ ਤੇ ਇਹਦੇ ਜੋ ਕਰੰਟ ਅਫੈਕਟਡ ਕੈਟਲ ਹਨ ਉਹਨਾਂ ਲਈ ਕੀ ਟ੍ਰੀਟਮੈਂਟਸ ਐਡਮਿਨਿਸਟਰ ਕੀਤੇ ਜਾ ਰਹੇ ਆ?
ਦੇਖੋ ਸ਼ਮੀਤਾ ਜੀ, ਕਿਸੇ ਵੀ ਚੀਜ਼ ਦਾ ਕੰਟਰੋਲ ਕਰਨਾ ਹੋਵੇ ਤਾਂ ਪਹਿਲਾਂ ਉਹਦੀ ਹਾਊ ਇਟ ਸਪਰੈਡਸ, ਉਹ ਸਾਰੀਆਂ ਚੀਜ਼ਾਂ ਸਮਝਣੀਆਂ ਜ਼ਰੂਰੀ। ਔਰ ਵੈਟਰਨਰੀ ਸਾਇੰਸ 'ਚ ਅਸੀਂ ਇਹਨੂੰ ਹਿਊਮਨ ਸਾਇੰਸ 'ਚ ਕਹਿੰਦੇ ਹਾਂ ਐਪੀਡੀਮੀਓਲੋਜੀ ਆਫ ਦਾ ਡਿਜ਼ੀਜ਼। ਕਿੱਥੋਂ ਆਈ, ਕਿਵੇਂ ਆਈ, ਇੱਕ ਐਨੀਮਲ ਤੋਂ ਦੂਜੇ ਨੂੰ ਕਿਵੇਂ ਗਈ, ਕਿਆ ਇਹ ਹਿਊਮਨ ਬੀਇੰਗ ਨੂੰ ਲੱਗੀ, ਕਿਆ ਜਿਹੜੇ ਉਹਦੇ ਮਿਲਕ ਹੈ ਉਹਨਾਂ ਵਿੱਚ ਇਹ ਚੀਜ਼ ਵਾਇਰਸ ਗਿਆ, ਇਹ ਆਪਾਂ ਸਾਰੀਆਂ ਗੱਲਾਂ ਕਰ ਚੁੱਕੇ। ਹੁਣ ਦੇਖੋ ਇਹ ਜਿਹੜੀ ਡਿਜ਼ੀਜ਼ ਹੈ ਇਹਦੇ ਬੜੇ ਇੰਪੈਕਟ ਇਕਨੋਮਿਕ ਵੀ ਹੈਗੇ ਹੈ, ਸੋਸ਼ਲ ਵੀ ਹੈਗੇ ਹੈ, ਟ੍ਰੇਡ 'ਤੇ ਵੀ ਹੈਗੇ ਹੈ, ਐਕਸਪੋਰਟ ਆਫ ਜਿਹੜੇ ਪ੍ਰੋਡਕਟਸ ਹੈ ਉਹਨਾਂ 'ਤੇ ਵੀ ਹੈਗੇ। ਕਿਉਂਕਿ ਜਿਹੜੇ ਸਟੈਂਡਰਡ ਅਗਰ ਅਸੀਂ ਮੀਟ ਨਹੀਂ ਕਰਾਂਗੇ ਤਾਂ ਉਹ ਜਿਹੜੇ ਸਾਡੇ ਫੂਡ ਆਈਟਮ ਹੈ ਅਗਰ ਕਿਸੇ ਉਹ ਗਲੋਬਲ ਟ੍ਰੇਡ ਦੇ ਵਿੱਚ ਹੈਗੇ ਸੀ ਤੇ ਉਹਨਾਂ ਤੇ ਵੀ ਇਹਦੀ ਰਿਸਟ੍ਰਿਕਸ਼ਨ ਲੱਗ ਜਾਏ। ਹੁਣ ਸਪਰੈਡ ਦਾ ਅਸੀਂ ਹਿਸਾਬ ਲਾ ਲਿਆ ਵੀ ਇਹ ਮੱਖੀ, ਮੱਛਰ, ਟਿਕਸ ਤੋਂ ਇਹ ਚੱਲਦੀ ਹੈ, ਇਸ ਕਰਕੇ ਉਹਨਾਂ ਦਾ ਕੰਟਰੋਲ ਪਹਿਲਾਂ ਕਰਨਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਕਨਵੈਨਸ਼ਨਲ ਮੈਥਡ ਹੈਗੇ। ਪਰ ਮੈਂ ਸਾਰੇ ਵਿਊਅਰਸ ਨੂੰ ਇਹ ਦੱਸਣਾ ਚਾਹੁੰਦਾ, ਖਾਸ ਕਰਕੇ ਜਿਹੜੇ ਕੋਈ ਇੱਥੇ ਇੰਟਰਸਟਿਡ ਹੋਣ ਜਾਂ ਜੇ ਕੋਈ ਇਹਨੂੰ ਪੰਜਾਬ 'ਚ ਸੁਣ ਰਿਹਾ, ਜਿਹੜੀ ਗੜਵਾਸੂ ਯੂਨੀਵਰਸਿਟੀ ਹੈ ਉਹਨਾਂ ਨੇ 11 ਤਰੀਕ ਨੂੰ ਇੱਕ ਪੈਨਲ ਡਿਸਕਸ਼ਨ ਕੀਤੀ ਸੀ 3 ਘੰਟੇ ਦੀ, ਜਿਹੜੀ ਕਿ ਬਹੁਤ ਹੀ ਅੱਛੀ ਇਨਫੋਰਮੇਸ਼ਨ ਹੈ। ਈਵਨ ਮੈਂ ਉੱਥੋਂ ਕਈ ਗੱਲਾਂ ਸਿੱਖੀਆਂ ਔਰ ਉਹ ਜਿਹੜੇ ਸਾਰੇ ਸਾਇੰਟਿਸਟ ਹੈ ਉਹਨਾਂ ਨੇ ਉਹ ਆਪਣੀ ਵੈਬਸਾਈਟ 'ਤੇ ਪਾ ਦਿੱਤੀ ਹੈ ਔਰ ਉਹਦੇ 'ਚ ਕੁਐਸਚਨ ਆਨਸਰ ਵੀ ਹੈਗੇ ਆ। ਅੱਗੋਂ ਹਾਟਲਾਈਨ ਹੈ, ਉਹਨਾਂ ਨੇ 9 ਤੋਂ 5 ਦਿਨ ਇੱਕ ਵੈਟਰਨਰੀ ਐਕਸਪਰਟ ਉੱਥੇ ਹਮੇਸ਼ਾ ਅਵੇਲੇਬਲ ਰਹਿੰਦੇ ਆ। ਆਫ ਟਾਈਮ 'ਚ ਉਹ ਤੁਹਾਡੇ ਕੁਐਸਚਨ ਲੈ ਲੈਂਦੇ ਆ ਔਰ ਮੁੜ ਕੇ ਦੱਸਦੇ ਆ। ਸੋ ਹੁਣ ਅੱਗੋਂ ਜਦੋਂ ਆਪਾਂ ਇੱਥੇ ਜਾਵਾਂਗੇ ਤੇ ਸਪਰੈਡ ਨੂੰ ਜਦੋਂ ਕਰ ਲਿਆ ਤੇ ਹੁਣ ਆਪਾਂ ਇੱਥੇ ਜਾਣਾ ਵੀ ਇਹਨੂੰ ਮੋਨੀਟਰ ਕਿਵੇਂ ਕਰਨਾ, ਉਹਦੇ ਵਿੱਚ ਸਭ ਕੁਝ ਆਉਣਾ। ਪਹਿਲਾਂ ਤਾਂ ਇਹ ਹੈ ਕਿ ਜਿਹੜੀ ਮੋਨੀਟਰਿੰਗ ਇਹਦਾ ਟ੍ਰੇਡ ਮੂਵਮੈਂਟ ਹੈ, ਜੇ ਕੋਈ ਐਨੀਮਲ ਸਿੱਕ ਹੋ ਗਿਆ ਉਹਨਾਂ ਨੂੰ ਆਈਸੋਲੇਟ ਬਿਲਕੁਲ, ਉਹਨਾਂ ਨੂੰ ਦੂਜੇ ਹੈਲਥੀ ਐਨੀਮਲ ਤੋਂ ਪਾਸੇ ਕਰ ਦਿਓ। ਬਾਕੀ ਇਹ ਚੀਜ਼ਾਂ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਸਸਪੈਕਟ ਹੁੰਦੀ ਹੈ ਤੇ ਤੁਸੀਂ ਵੈਟਰਨਰੀ ਐਕਸਪਰਟ ਨੂੰ ਕੰਟੈਕਟ ਕਰੋ। ਹੁਣ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਸੈਗਮੈਂਟਸ ਆ ਰਹੀਆਂ, ਅਸੀਂ ਐਂ ਕਰ ਲਿਆ ਸੀ, ਅਸੀਂ ਐਂ ਕਰ ਲਿਆ। ਵੈਟਰਨਰੀ ਕੇਅਰ ਅਵੇਲੇਬਲ ਹੈ, ਪੰਜਾਬ ਗਵਰਨਮੈਂਟ ਫੁੱਲ ਗੇਅਰ 'ਚ ਹੈ ਔਰ ਤੁਸੀਂ ਅਗਰ ਕਾਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ। ਆਪਣੇ ਬਲਾਕ 'ਚ ਚੱਲ ਜਾਓ, ਪੰਚਾਇਤ 'ਚ ਚੱਲ ਜਾਓ, ਸਰਪੰਚ ਕੋਲ ਚੱਲ ਜਾਓ, ਵੈਟਰਨਰੀ ਡਾਕਟਰ ਕੋਲ ਚੱਲ ਜਾਓ। ਹੁਣ ਡਾਇਗਨੋਸਿਸ ਇਹਦੀ ਬਹੁਤ ਇੰਪੋਰਟੈਂਟ ਵੀ ਇਹਨੂੰ ਕੋਈ ਵੀ ਟ੍ਰੀਟਮੈਂਟ ਕੰਟਰੋਲ ਕਰਨ ਵਾਸਤੇ ਪਹਿਲਾਂ ਡਿਜ਼ੀਜ਼ ਨੂੰ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਔਰ ਉਹ ਅਗਾਂਹ ਫਿਊਚਰ ਵਾਸਤੇ ਵੀ ਕੰਮ ਦਿੰਦੀ ਹੈ। ਇੱਕ ਤਾਂ ਉਹਦੇ ਸਿੰਪਟਮ ਹੋ ਗਏ ਜਿਵੇਂ ਆਪਾਂ ਦੱਸੇ, ਔਰ ਇਸ ਤੋਂ ਅੱਗੇ ਜਿਹੜਾ ਡਿਟੈਕਸ਼ਨ ਆ ਵਾਇਰਸ ਹੈ ਇਹਨੂੰ ਕਰਨਾ ਪਏਗਾ। ਬਲੱਡ 'ਚ ਵੀ ਹੋ ਸਕਦਾ ਹੈ, ਫਲੂਇਡ 'ਚ ਹੋ ਸਕਦਾ ਹੈ, ਔਰਗਨ 'ਚ ਹੋ ਸਕਦਾ ਹੈ। ਪਰ ਮੇਰਾ ਖਿਆਲ ਮੈਂ ਕੋਈ ਸੁਜੈਸਟ ਕਰਨਾ ਚਾਹੁੰਦਾ ਉਹ ਸਾਇੰਟਿਸਟ ਵਾਸਤੇ ਹੈ ਵੀ ਜਿਹੜੇ ਸਾਡੇ ਇਨਸੈਕਟਸ ਹੈ, ਜੇ ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਇਹ ਡਿਜ਼ੀਜ਼ ਟ੍ਰਾਂਸਮਿਟ ਕਰਦੇ ਹੈ ਔਰ ਇਹ ਜਿਹੜੀਆਂ ਕॉलोनीज ਆਫ ਟਿਕਸ ਐਂਡ ਮਸਕੀਟੋ ਇਨ ਦਾ ਏਰੀਆ ਇਹ ਕੈਚ ਕਰਨੇ ਚਾਹੀਦੇ ਜੀ। ਜਦੋਂ ਮੈਂ ਉੱਥੇ ਲੁਧਿਆਣੇ ਨੌਕਰੀ ਕਰਦਾ ਸੀ ਐਨੀਮਲ ਡਿਜ਼ੀਜ਼ ਸੈਂਟਰ 'ਚ ਸਨ 75 ਤੋਂ 78 ਤੱਕ, ਸਾਡੇ ਉੱਥੇ ਇੱਕ ਟਿਕ ਡਿਜ਼ੀਜ਼ ਪ੍ਰੋਜੈਕਟ ਸੀਗਾ ਔਰ ਉਹਦੇ ਵਿੱਚ ਸਾਡਾ ਇੱਕ ਸਾਇੰਟਿਸਟ ਸੀ, ਉਹਨੇ ਕਈ ਸਾਲ 20 ਸਾਲ ਜਿਹੜੇ ਅਰਲੀ ਉਹਦੇ ਲਾਈਫ ਦੇ ਸੀਗੇ ਉਹਨਾਂ ਨੇ ਟਿਕਸ ਆਇਡੈਂਟੀਫਾਈ ਕਰਕੇ ਉਹਨਾਂ ਦੀ ਟੈਕਸਾਨਮੀ ਕੀਤੀ, ਕਲਾਸੀਫਾਈ ਕੀਤਾ ਉਹ ਕਿਹੜੇ ਡਿਜ਼ੀਜ਼ ਜਿਹੜੇ ਆ ਉਹ ਕੈਰੀ ਕਰਦੇ। ਸੋ ਇਹ ਚੀਜ਼ਾਂ ਸਾਨੂੰ ਮੈਚ ਕਰਨੀਆਂ ਪੈਣਗੀਆਂ। ਅੱਜ ਦੇ ਦਿਨ 'ਚ ਤਾਂ ਇਹ ਚਲੀ ਜਾਏਗੀ 1-2 ਮਹੀਨੇ ਦੇ ਬਾਅਦ, ਪਰ ਇਹ ਅਗਲੇ ਸਾਲ ਹੋ ਸਕਦਾ ਫਿਰ ਆਵੇ। ਸੋ ਸਾਨੂੰ ਰਿਸਰਚ ਐਕਟੀਵਿਟੀਜ਼ ਜਿਹੜੀਆਂ ਹੈ ਇਹਦੀ ਐਪੀਡੈਮੀਓਲੋਜੀ ਸਮਝਣ ਵਾਸਤੇ ਪ੍ਰੀਵੈਂਸ਼ਨ ਵੱਲ ਵੀ ਥੋੜਾ ਜੀ ਸੋਚ ਪਾਣੀ ਪੈਣੀ ਹੈ। ਹਾਂਜੀ, ਉਹ ਸਾਨੂੰ ਵੈਕਟਰ ਸਟੱਡੀ ਕਰਨਾ ਪਏਗਾ, ਐਨੀਮਲ ਦਾ ਬਿਹੇਵੀਅਰ ਸਟੱਡੀ ਕਰਨਾ ਪਏਗਾ, ਜਿਹੜੀ ਟ੍ਰਾਂਸਮਿਸ਼ਨ ਪੈਥ ਹੈ ਵਾਇਰਸ ਦਾ ਉਹ ਚਿੱਚੜ ਜਾਂ ਇਨਸੈਕਟਸ ਤੋਂ ਐਨੀਮਲ ਨੂੰ ਕਿਵੇਂ ਲੱਗਦਾ ਜੀ। ਸੋ ਇਹ ਇੰਪੋਰਟੈਂਟ ਚੀਜ਼ ਹੈ, ਇਹ ਸਾਨੂੰ ਸਾਡੇ ਏਰੀਆ ਦੇ ਹਿਸਾਬ ਨਾਲ ਇੰਡੀਆ ਨੂੰ ਦੇਖਣੀ ਪਏਗੀ ਕਿਉਂਕਿ ਦੇਖਿਆ ਗਿਆ ਕਿ ਜਿਹੜੀ ਐਪੀਡੈਮੀਓਲੋਜੀ ਆਫ ਦਾ ਡਿਜ਼ੀਜ਼ ਹੈ ਉਹ ਰੀਜਨ ਟੂ ਰੀਜਨ ਚੇਂਜ ਹੋ ਜਾਂਦੀ ਹੈ। ਕਿਉਂਕਿ ਜਿਹੜੀਆਂ ਟਿਕਸ ਹੋ ਸਕਦਾ ਪੰਜਾਬ 'ਚ ਹੈਗੀਆਂ ਉਹ ਯੂਪੀ 'ਚ ਨਹੀਂ ਹੋਣਗੀਆਂ ਕਿਉਂਕਿ ਮੈਨੂੰ ਇਹਦਾ ਫਸਟ ਟਾਈਮ ਤਜਰਬਾ ਜੀ। ਈਵਨ ਜਿਹੜੇ ਮਸਕੀਟੋ ਦੀਆਂ ਸਪੀਸ਼ੀਜ਼ ਆ ਉਹ ਬਹੁਤ ਹੈ, ਜਿਵੇਂ ਹੁਣ ਡੇਂਗੂ ਫੀਵਰ ਹੈ ਉਹਨੂੰ ਇੱਕ ਕਿਸਮ ਦਾ ਮਸਕੀਟੋ ਕਰਦਾ, ਬਾਕੀ ਉਹਨੂੰ ਨਹੀਂ ਕਰਦੇ, ਉਹ ਫਰੈਸ਼ ਵਾਟਰ ਮਸਕੀਟੋ ਹੈ। ਸੋ ਅੱਗੋਂ ਜਦੋਂ ਡਾਇਗਨੋਸਿਸ ਤੇ ਕਰਨੇ ਆ ਜੀ ਤੇ ਉਹਦੇ ਸੈਂਪਲ ਦੀ ਆਪਾਂ ਗੱਲ ਕਰ ਰਹੇ ਸੀ, ਇਹ ਬਲੱਡ ਵੀ ਲਿਆ ਜਾ ਸਕਦਾ, ਉਹ ਆਪਣਾ
ਨੋ ਕੋਆਗੂਲੇਟਿਵ ਹੋਣਾ ਚਾਹੀਦਾ, ਉਹਦੇ ਚ EDTA ਹਾਂਜੀ। ਪਾਇਆ ਜਾਂਦਾ ਹੈ। ਜੀ ਪਰ ਜੀ ਫਿਰ ਜਿਹੜੇ ਸਕੈਬ ਹੈ, ਜਿਹੜੇ ਖਰੀਂਦ ਹੈ, ਜੀ ਉਹਨਾਂ ਨੂੰ ਤੁਸੀਂ ਵੀ ਟੈਸਟ ਕਰ ਸਕਦੇ ਜੇ। ਜੀ ਜਿਹੜੀ ਸੀਰਮ ਹੈ ਉਹਨੂੰ ਟੈਸਟ ਕਰ ਸਕਦੇ ਜੇ, ਨਾਡੀਅਲ ਦੇ ਫਲੂਇਡ ਨੂੰ ਕਰ ਸਕਦੇ ਜੇ। ਜੀ ਪੋਸਟਮਾਰਟਮ ਕਰਨੇ ਬਹੁਤ ਜ਼ਰੂਰੀ ਹੈ। ਜੀ ਜਿਹੜਾ ਪੋਸਟਮਾਰਟਮ ਤੁਹਾਨੂੰ ਇਨਸਾਈਡ ਇਨਫੋਰਮੇਸ਼ਨ ਦਿੰਦਾ ਡਿਜ਼ੀਜ਼ ਦੀ, ਉਹ ਹੋਰ ਕੋਈ ਸਿਸਟਮ ਨਹੀਂ ਦਿੰਦਾ। ਜੀ ਹੁਣ ਅੱਗੋਂ ਹੋ ਗਿਆ ਸੀ ਜੀ ਇਹ ਕਲੈਕਸ਼ਨ ਆਫ ਸੈਂਪਲ ਤੋਂ ਬਾਅਦ ਅੱਗੇ ਚੱਲਦੇ ਆਪਾਂ ਕੰਟਰੋਲ ਤੇ। ਜੀ ਹੁਣ ਦੇਖੋ ਪਹਿਲੀ ਚੀਜ਼ ਇਹ ਹੈ, ਇਹਦੀ ਡਾਇਰੈਕਟ ਟ੍ਰੀਟਮੈਂਟ ਤਾਂ ਕੋਈ ਨਹੀਂ ਹੈ, ਜਿਹੜੀ ਕਿ ਵਿਊਅਰਸ ਨੂੰ ਵੀ ਪਤਾ ਹੈ, ਸਾਨੂੰ ਵੈਬਸਾਈਟ ਤੋਂ ਹੀ ਅਵੇਲੇਬਲ ਹੈ। ਵਾਇਰਸ ਨੂੰ ਡਾਇਰੈਕਟਲੀ ਕੋਈ ਮੈਡੀਸਨ ਕਿਲ ਨਹੀਂ ਕਰਦੀ, ਜਿਵੇਂ ਕਰੋਨਾ ਨੂੰ ਨਹੀਂ ਸੀ ਕਰਦੀ, ਉਵੇਂ ਇਹਨੂੰ ਨਹੀਂ ਕਰਦੀ। ਔਰ ਇਹ ਜਿਹੜੀ ਮਾਸ ਵੈਕਸੀਨੇਸ਼ਨ ਪ੍ਰੋਗਰਾਮ ਹੈ, ਇਹ ਇਨੀਸ਼ੀਏਟ ਕਰਨਾ ਐਜ਼ अर्ਲੀ ਐਜ਼ ਪੋਸੀਬਲ ਬਹੁਤ ਜ਼ਰੂਰੀ ਹੈ। ਔਰ ਜਿਹੜਾ ਇਹ ਹੈ ਗੋਟ ਪਾਕਸ ਵੈਕਸੀਨ ਹੈ, ਇਹ ਇੰਡੀਆ ਦੇ ਵਿੱਚ ਇਹ ਬਣਿਆ ਹੈ, ਅਵੇਲੇਬਲ ਹੈ। ਕੱਲ ਜਿਹੜੀ ਸੈਂਟਰਲ ਇੰਸਟੀਚਿਊਟ ਹੈ IVRI ਦੀ, ਉਹਨਾਂ ਨੇ ਇੱਕ ਨਿਊਜ਼ ਕੱਢੀ ਹੈ ਵੀ ਅਸੀਂ ਇੱਕ ਇੰਡੀਜੀਨਸ ਵੈਕਸੀਨ ਬਣਾਇਆ, ਪਰ ਉਹ ਹਾਲੇ ਅੰਡਰ ਪ੍ਰੋਡਕਸ਼ਨ ਨਹੀਂ ਹੈ। ਹੋ ਸਕਦਾ ਅਗਲੇ ਸਾਲ ਤੱਕ ਉਹ ਆ ਜਾਵੇ। ਸੋ ਇਸ ਸਾਲ ਜਿੰਨਾ ਵੀ ਗੋਟ ਵਾਇਰਸ ਗਵਰਨਮੈਂਟ ਪ੍ਰੋਕਿਓਰ ਕਰ ਸਕਦੀ ਹੈ, ਉਹ ਲਾ ਦੇਵੇ। ਇੱਕ ਮੈਂ ਰਿਪੋਰਟ ਪੜ੍ਹਦਾ ਸੀ, ਗੁਜਰਾਤ ਵਾਲੇ ਕਹਿੰਦੇ ਆ ਕਿ ਅਸੀਂ 3 ਲੱਖ ਐਨੀਮਲ ਇਨਾਕੂਲੇਟ ਕਰ ਦਿੱਤੇ। ਸੋ ਪੰਜਾਬ ਦਾ ਹਾਲੇ ਸਟੇਟਸ ਨਹੀਂ ਪਤਾ ਲੱਗਿਆ, ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਤੋਂ ਅੱਗੇ ਇਹ ਜਿਹੜੇ ਇਨਸੈਕਟ ਕੰਟਰੋਲ ਹੈ ਨਾ ਜੀ, ਇਟਸ ਅ ਵੈਰੀ ਈਜ਼ੀਲੀ ਸੈਡ ਦੈਨ ਡਨ। ਕਿਉਂਕਿ ਦੇਖੋ ਆਫ ਕੋਰਸ ਉਹ ਵੀ ਇੰਡੀਆ ਦੇ ਜਿਸ ਤਰ੍ਹਾਂ ਕੰਡੀਸ਼ਨਸ ਹਨ ਗਰਮੀ ਦੇ ਦਿਨਾਂ ਦੇ ਵਿੱਚ, ਜਿਹੜੀ ਉਹ ਗੈਡਵਾਸੂ ਵਾਲੀ ਹੈਗੀ ਆ ਉਹ ਪੈਨਲ ਡਿਸਕਸ਼ਨ, ਉਹਦੇ ਵਿੱਚ ਕਈ ਬੜੇ ਘਰੇਲੂ ਤਰੀਕੇ ਦੱਸੇ ਗਏ ਜੀ। ਤੇ ਉਹ ਜਿਵੇਂ ਧੂਆਂ ਦਿਖਾ ਦਿਓ, ਉਹਦੇ ਥੋੜੀ ਸੌਂਫ ਪਾ ਦਿਓ, ਪਰ ਉਹਨਾਂ ਦਾ ਵੀ ਇਹੀ ਮੰਨਣਾ ਸੀ ਵੀ ਇਹ ਇੰਨੇ ਈਜ਼ੀ ਨਹੀਂ ਕੰਟਰੋਲ ਕਰਨੇ, ਪਰ ਇਹ ਆ ਵੀ ਕਰਨੇ ਚਾਹੀਦੇ ਆ। ਜਿੰਨੇ ਵੀ ਘਟਣਗੇ ਉਨਾ ਹੀ ਇਹਦਾ ਫਾਇਦਾ ਹੋਏਗਾ। ਹੁਣ ਇਸ ਤਰ੍ਹਾਂ ਹੈ ਜੀ ਵੀ ਅੱਗੋਂ ਆਪਾਂ ਇਹਦੇ ਚੱਲਦੇ ਹਾਂ। ਕੁਝ ਉਹਨਾਂ ਨੇ ਹੋਰ ਚੀਜ਼ਾਂ ਦੱਸੀਆਂ ਸੀ ਜਿਹੜੀਆਂ ਉੱਥੇ ਆਮ ਵਾਈਲਡ ਚ ਉੱਗਦੀਆਂ। ਉਹ ਇੱਕ ਟੈਂਪਰੇਚਰ ਕੰਟਰੋਲ ਵਾਸਤੇ ਉਹਨਾਂ ਨੇ ਕੁਝ ਦੱਸਿਆ, ਉਹਨੂੰ ਕੜੂ ਕਹਿੰਦੇ ਆ। ਖੈਰ ਮੈਨੂੰ ਵੀ ਉਹਦੀ ਨਹੀਂ ਜਾਣਨੀ ਹੈ, ਪਰ ਉਹ ਕਾਫੀ ਦੇਰ ਤੋਂ ਉੱਥੇ ਚੱਲ ਰਿਹਾ। ਉਹ ਟੈਂਪਰੇਚਰ ਨੂੰ 102 ਜਾਂ 103 ਤੇ ਲਿਆ ਦਿੰਦਾ ਚੌਥੇ ਪੰਜਵੇਂ ਦਿਨ। ਔਰ ਉਹ ਬਹੁਤ ਕੋਈ ਮਹਿੰਗਾ ਨਹੀਂ ਹੈ। ਉਹ ਦੱਸ ਰਹੇ ਸੀ ਵੀ 100 ਗ੍ਰਾਮ ਡੇਲੀ ਐਨੀਮਲ ਦੇ ਫੂਡ ਦੇ ਵਿੱਚ ਦੇਣਾ ਚਾਹੀਦਾ। ਔਰ ਇੱਕ ਉੱਥੇ ਹੋਰ ਵਾਈਲਡ ਨਹਿਰਾਂ ਦੇ ਆਲੇ ਦੁਆਲੇ ਉੱਗਦੇ ਆ, ਉਹਨੂੰ ਗਲੋਏ ਕਹਿੰਦੇ ਆ। ਔਰ ਉਹ ਕਹਿੰਦੇ ਬੜਾ ਇਮਿਊਨ ਬੂਸਟਰ ਹੈ। ਉਹਨਾਂ ਨੇ ਉੱਥੇ ਸਟੱਡੀ ਕੀਤਾ ਜੀ, ਤੇ ਉਹ ਬਹੁਤ ਥੋੜਾ ਜਿਹਾ ਦੇਣਾ ਪੈਂਦਾ ਜੀ। ਉਹਦੇ ਨਾਲ ਤੁਸੀਂ ਡੇਲੀ ਦਿੰਦੇ ਰਹੋ। ਐਨੀਮਲ ਨੂੰ ਸਪੋਰਟ ਦਿਓ। ਸਪੋਰਟ ਤੋਂ ਮੇਰਾ ਮਤਲਬ ਹੈ ਅਗਰ ਫਲੂਇਡ ਹੈ, ਉਹਨਾਂ ਨੂੰ ਹੈਲਦੀ ਰੱਖੋ, ਉਹਨਾਂ ਦੀ ਇਨਵਾਇਰਨਮੈਂਟ ਨੂੰ ਸਾਫ਼ ਰੱਖੋ। ਸੇਮ ਕਾਮਨ ਸੈਂਸ ਮੈਜਰਸ ਜੋ ਅਗਰ ਅਸੀਂ ਆਪਣੀ ਹੈਲਥ ਦੇ ਬਾਰੇ ਗੱਲ ਕਰਦੇ ਹਾਂ, ਲੱਗਦਾ ਹੈ ਉਹੀ ਚੀਜ਼ਾਂ ਵੱਡੇ ਲੈਵਲ ਤੇ ਇੱਥੇ ਵੀ ਅਪਲਾਈ ਹੁੰਦੀਆਂ। ਡਾਕਟਰ ਸਾਹਿਬ, ਇਹ ਟੌਪਿਕ ਬਹੁਤ ਵੱਡਾ ਹੈ। ਆਈ ਨੋ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਇੱਕ ਕਲਾਸ ਨੂੰ ਸਿਖਾਉਣ ਆਉਂਦੇ ਹੋ, ਜਦੋਂ ਵੀ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਜੁੜਦੇ ਹੋ ਇਹੋ ਜਿਹੀ ਮੁੱਦਿਆਂ 'ਤੇ, ਅਗਰ ਅਸੀਂ ਇਹਦੇ 'ਤੇ ਹੋਰ ਵੀ ਪ੍ਰੋਗਰਾਮਸ ਕਰੀਏ ਤਦ ਵੀ ਘੱਟ ਪੈਣੇ ਆ। ਬਟ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਈ ਗੈਸ ਮੈਂ ਸਮਾਪਤੀ ਦੇ ਵਿੱਚ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗੀ ਕਿ ਅਸੀਂ ਇਸ ਬਿਮਾਰੀ ਦਾ ਸ਼ਾਰਟ ਟਰਮ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਇੰਪੈਕਟ ਵੇਖ ਸਕਦੇ ਹਾਂ। ਜੋ ਤਾਂ ਨੰਬਰਸ ਜਿੰਨੀ ਕੈਟਲ ਦੀ ਡੈਥਸ ਇਸ ਵੇਲੇ ਰਿਪੋਰਟ ਹੋ ਰਹੀਆਂ, ਉਹ ਸਾਰਿਆਂ ਅੱਗੇ ਆਲਰੇਡੀ ਹਨ। ਕੁਝ ਹਫ਼ਤੇ ਹੀ ਹੋਏ ਹੈ ਇਸ ਚੀਜ਼ ਨੂੰ ਫੈਲਦੇ ਹੋਏ। ਕਿੱਥੇ ਤੱਕ ਤੁਹਾਨੂੰ ਲੱਗਦਾ ਹੈ ਪਹੁੰਚੇਗੀ? 2-3 ਮਹੀਨਿਆਂ ਦੀ ਇਹ ਗੱਲ ਹੈ, ਅਗਲੇ ਸਾਲ ਤੱਕ ਜਾਊਗੀ? ਇਜ਼ ਇਟ ਅ ਸੀਜ਼ਨਲ ਥਿੰਗ? ਕਲੋਜ਼ਿੰਗ ਦੇ ਵਿੱਚ ਸਾਨੂੰ ਦੱਸੋ ਕਿ ਆਉਣ ਵਾਲੇ ਸ਼ਾਰਟ ਟਰਮ ਦੇ ਵਿੱਚ ਇਹ ਬਿਮਾਰੀ ਕਿਸ ਤਰ੍ਹਾਂ ਪਲੇ ਆਊਟ ਹੁੰਦੀ ਹੈ। ਦੇਖੋ ਜੀ, ਇਹ ਬੜੀ ਨਿਊ ਡਿਜ਼ੀਜ਼ ਹੈ, ਇਹਦੀ ਟੋਟਲ ਪ੍ਰੈਡਿਕਸ਼ਨ ਕਰਨੀ ਤਾਂ ਬਹੁਤ ਔਖੀ ਹੈ। ਪਰ ਜਿਵੇਂ ਲੱਗਦਾ ਹੈ ਵੀ ਇਹ ਸੀਜ਼ਨਲੀ ਹੁੰਦੀ ਹੈ। ਜਿਉਂ-ਜਿਉਂ ਵੈਕਟਰ ਘਟ ਜਾਣਗੇ, ਸਤੰਬਰ ਦੇ ਬਾਅਦ ਜਿਹੜਾ ਟੈਂਪਰੇਚਰ ਹੈ ਉੱਥੇ ਬਦਲਣਾ ਸ਼ੁਰੂ ਹੋ ਜਾਂਦਾ ਹੈ। ਮੱਖੀਆਂ ਮੱਛਰ ਵੀ ਘਟਣ ਲੱਗ ਜਾਂਦੇ ਆ ਉਹਦੇ ਨਾਲ। ਬਾਕੀ ਅਗਰ ਦੇਖਿਆ ਜਾਏ, ਇਹਦਾ ਮੈਕਸਿਮਮ ਜੋ ਲਿਟਰੇਚਰ ਕਹਿ ਰਿਹਾ 5% ਤੱਕ ਮੋਰਟੈਲਿਟੀ ਹੋ ਸਕਦੀ ਹੈ ਮੈਕਸਿਮਮ। ਆਈ ਹੋਪ ਇਟ ਡਜ਼ ਨਾਟ ਰੀਚ ਦੇयर ਜੀ। ਔਰ ਇਸੇ ਤਰ੍ਹਾਂ ਜਿਹੜੀ 20% ਮੋਰਬਿਡਿਟੀ ਹੈ
ਪ੍ਰੋਡਕਸ਼ਨ 'ਚ ਘੱਟ, ਇਹ ਉੱਥੋਂ ਤੱਕ ਪਹੁੰਚ ਸਕਦੀ ਹੈ। ਉਹਦੇ ਵੀ ਜਦੋਂ ਅਸੀਂ ਨੰਬਰ ਇਕੱਠੇ ਕਰਾਂਗੇ ਤੇ ਉਹ ਕਾਫੀ ਜ਼ਿਆਦਾ ਹੋ ਜਾਣਗੇ। ਮੈਂ ਕੱਲ ਕੁਛ ਉੱਥੇ ਫਾਰਮਰ ਆਪਣੀ ਬਿਆਨ ਕਰ ਰਹੇ ਸੀ, ਉਹਨਾਂ ਦੀ ਸਿਚੁਏਸ਼ਨ ਬਹੁਤ ਗੰਭੀਰ ਹੈ। ਹੁਣ ਬਾਕੀ ਅੱਗੋਂ ਇਹ ਚੀਜ਼ ਹੈ ਵੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਤਾਂ ਇਹਦੇ 'ਚ ਬਹੁਤ ਜ਼ਿਆਦਾ ਧਿਆਨ ਦੇਣਾ ਪੈਣਾ। ਪਰ ਮੈਂ ਥੋੜਾ ਜਿਹਾ ਇਹਦੇ ਵਿੱਚ ਇੱਕ ਦੋ ਚੀਜ਼ਾਂ ਆਪਣੇ ਵੱਲੋਂ ਦੇਖੀਆਂ ਵੀ ਜਿਵੇਂ 2019 'ਚ ਪਹਿਲੀ ਵਾਰੀ ਆਈ ਸੀ, ਔਰ ਉਦੋਂ ਹੀ ਮੈਂ ਜਾਣਦਾ ਕਿ ਸਾਨੂੰ ਨੈਸ਼ਨਲ ਜਿਹੜੀ ਸੀਗੀ ਸਰਵੇਲੈਂਸ ਉਹ ਕਰਨੀ ਚਾਹੀਦੀ ਸੀ, ਔਰ ਉਦੋਂ ਬਾਅਦ ਇਹ ਫਿਰ 20 ਦੇ ਵਿੱਚ ਫਿਰ ਵੀ ਆ ਗਈ। ਸੋ ਇਸ ਕਰਕੇ ਇਹਦਾ ਕੁਝ ਸਾਲਾਂ ਵਾਸਤੇ ਸਾਨੂੰ ਕਾਂਸਟੈਂਟ ਸੁਪਰਵਿਜ਼ਨ ਰੱਖਣਾ ਪਏਗਾ। ਅਗਰ ਸਾਰਾ ਸਾਲ ਨਹੀਂ ਤਾਂ ਜਿਹੜੇ ਅਪ੍ਰੈਲ ਮਾਰਚ 'ਚ ਇਹਨੂੰ ਸ਼ੁਰੂ ਕਰ ਲਓ। ਔਰ ਜਿਹੜਾ ਵੈਕਸੀਨ ਵੀ ਦੇਣ ਵਾਲੀ ਗੱਲ ਹੈ ਉਹ ਵੀ ਉਹਨੂੰ 28 ਦਿਨ ਲੱਗਦੇ ਆ ਜੀ, ਉਹ ਜਿਹੜੀ ਉਹਦੀ ਇਮਿਊਨਿਟੀ ਪੈਦਾ ਹੋਣ ਨੂੰ। ਸੋ ਹੁਣ ਇਸ ਸੀਜ਼ਨ ਦੇ ਵਿੱਚ ਉਹ ਇਹ ਰਿਕਮੈਂਡ ਕਰ ਰਿਹਾ ਵੀ ਸਾਰੀਆਂ ਗਾਵਾਂ ਨੂੰ ਵੀ ਕਰ ਦਿਓ, ਮੱਝਾਂ ਨੂੰ ਵੀ ਕਰ ਦਿਓ, ਕਿਉਂਕਿ ਹਾਲੇ ਤੱਕ ਮੱਝਾਂ 'ਚ ਕੋਈ ਵਾਲੇ ਕੇਸ ਇਹਦੇ ਗਏ ਨਹੀਂ ਹੈ, ਕਿਉਂਕਿ ਉਹ ਬਹੁਤ ਘੱਟ ਸਸੈਪਟੇਬਲ ਹੈ ਇਸ ਡਿਜ਼ੀਜ਼ ਨੂੰ। ਪਰ ਵੈਕਸੀਨ ਉਹਦੇ ਵਾਸਤੇ ਵੀ ਰਿਕਮੈਂਡ ਕੀਤਾ ਜਾਏ। ਸੋ ਨਾਓ ਇਟਸ ਅ ਮਨੀ ਗੇਮ। ਹੁਣ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਇਹ ਪੈਸਾ ਲਾਉਣਾ ਚਾਹੀਦਾ ਲੋਕਾਂ ਵਾਸਤੇ, ਕਿਉਂਕਿ ਆਈ ਮੀਨ ਪੈਸਾ ਖਰਚਣਾ ਤਾਂ ਪੈਣਾ ਹੈ, ਬਟ ਉਹ ਪੈਸੇ ਬਚਾ ਵੀ ਤਾਂ ਸਕਦਾ ਹੈ। ਅਗਰ ਤੁਸੀਂ ਇਕੋਨਮੀ ਦੀ ਗੱਲ ਕਰ ਰਹੇ ਹੋ, ਇੰਨਾ ਵੱਡਾ ਰੋਲ ਕੈਟਲ ਤੇ ਮਿਲਕ ਸੈਕਟਰ ਪਲੇ ਕਰਦੇ ਆ GDP ਦੇ ਵਿੱਚ, ਭਾਵੇਂ ਉਹ ਪੰਜਾਬ ਦੀ ਹੋਵੇ ਜਾਂ ਇੰਡੀਆ ਐਜ਼ ਅ ਕੰਟਰੀ ਦੀ ਅਸੀਂ ਗੱਲ ਕਰਦੇ ਹਾਂ। ਦਿਸ ਇਜ਼ ਐਬਸੋਲੂਟਲੀ ਅ ਨੈਸੈਸਰੀ ਇਨਵੈਸਟਮੈਂਟ, ਬਟ ਇਨ ਐਨੀ ਕੇਸ ਇਸ ਖਬਰ ਤੇ ਇਸ ਬਿਮਾਰੀ ਤੇ ਅਸੀਂ ਇੱਕ ਨਜ਼ਰ ਰੱਖਦੇ ਰਵਾਂਗੇ ਤੇ ਤੁਹਾਡੀ ਇਨਸਾਈਟਸ ਲੈਂਦੇ ਰਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਇੰਨੀ ਸਾਰੀ ਜਾਣਕਾਰੀ ਦਿੱਤੀ। once again thank you so much Dr. Ishpal Singh Bajwa ji for all of the expertise and information। ਇੱਥੇ ਹੀ ਸਮਾਪਤੀ ਕਰਦੇ ਹਾਂ, ਬਟ once again ਹੋਰ ਅਪਡੇਟਸ ਲੰਪੀ ਸਕਿਨ ਡਿਜ਼ੀਜ਼ ਨੂੰ ਲੈ ਕੇ ਅਗਰ ਆਉਂਦੀਆਂ ਜ਼ਰੂਰ ਤੁਹਾਨੂੰ ਅਸੀਂ ਬੇਨਤੀ ਕਰਾਂਗੇ ਵਾਪਸ ਆ ਕੇ ਸਾਡੇ ਨਾਲ ਜੁੜੋ। ਹੈਵ ਅ ਗੁੱਡ ਰੈਸਟ ਆਫ ਯਰ ਈਵਨਿੰਗ ਡਾਕਟਰ ਬਾਜਵਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸ਼ਮੀਤਾ ਜੀ, ਤੁਹਾਨੂੰ ਵੀ ਔਰ ਤੁਹਾਡੇ ਸਾਰੇ ਵਿਊਅਰਸ ਨੂੰ ਸਤਿ ਸ੍ਰੀ ਅਕਾਲ। ਥੈਂਕ ਯੂ ਜੀ। once again ongoing ਇਹ ਸਟੋਰੀ ਹੈਗੀ, ਇਹਦੇ ਵਿੱਚ ਕੋਈ ਵੀ ਡਿਵੈਲਪਮੈਂਟਸ ਆਉਂਦੀਆਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ। ਸਾਡੇ ਲਈ ਜਾਂ ਸਾਡੇ ਗੈਸਟ ਲਈ, ਡਾਕਟਰ ਬਾਜਵਾ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਇਸ ਮੁੱਦੇ ਨੂੰ ਲੈ ਕੇ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।